ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਹਮੀਰ ਸਿੰਘ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ। ਘਪਲੇ ਜਿਹੜੇ ਨੇ ਉਹ ਪਿਛਲੀਆਂ ਸਰਕਾਰਾਂ ਦੇ ਆਪਣਿਆਂ ਦੇ ਤਾਂ ਨੰਗੇ ਕਰ ਹੀ ਰਹੇ ਨੇ। ਪਿਛਲੀਆਂ ਦੇ ਜਿਹੜੇ ਘਪਲੇ ਨੇ ਉਹ ਸਾਹਮਣੇ ਆ ਰਹੇ ਨੇ। ਕਰੀਬ 800 ਕਰੋੜ ਰੁਪਏ ਦੀ ਜਿਹੜੀ ਜ਼ਮੀਨ ਹੈ, ਪੰਚਾਇਤੀ ਜ਼ਮੀਨ, ਉਹਦੀ ਤਬਦੀਲੀ ਦਾ ਮਸਲਾ ਮੇਰੇ ਧਿਆਨ ਵਿੱਚ ਆ ਰਿਹਾ ਸੀ ਕਿ ਪਿਛਲੇ ਦਿਨਾਂ 'ਚ ਇਹਨਾਂ ਨੇ ਗ੍ਰਾਮ ਸਭਾਵਾਂ ਸੱਦੀਆਂ ਸੀਗੀਆਂ। ਉਹਦੇ ਬਾਰੇ ਕੋਈ ਬਾਹਰ ਨਿਕਲ ਕੇ ਕੋਈ ਇਹੋ ਜਿਹਾ ਨਤੀਜਾ ਸਾਹਮਣੇ ਨਹੀਂ ਆਇਆ ਕਿ ਲੋਕਾਂ ਦੇ ਵਿੱਚ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਹੋਵੇ ਜਾਂ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਦੀ ਤਾਕਤ ਕੀ ਹੈ। ਜੇ ਇਸ ਢੰਗ ਦੇ ਨਾਲ ਜਿਵੇਂ 800 ਕਰੋੜ ਦੀ ਜ਼ਮੀਨ ਦੀ ਤਬਦੀਲੀ ਹੁੰਦੀ ਹੈ ਤਾਂ ਯਕੀਨਨ ਕਹਿ ਸਕਦੇ ਆ ਕਿ ਪੰਚਾਇਤੀ ਵਿਭਾਗ ਜਿਹੜਾ ਉਹ ਘਪਲੇਬਾਜ਼ੀ ਦਾ ਵਿਭਾਗ ਬਣਿਆ ਹੋਇਆ। ਇਹਦੇ 'ਚ ਬਿਲਕੁਲ ਥੋੜਾ ਬਹੁਤ ਟਰਾਈ ਹੋਈ, ਕਿਉਂਕਿ ਜਿਹੜੇ ਨਵਾਂ ਮਿਨਿਸਟਰ ਸੀ ਕੁਲਦੀਪ ਸਿੰਘ ਧਾਲੀਵਾਲ, ਉਹਨੇ ਮਤਲਬ ਸਰਪੰਚਾਂ ਦੇ ਸੈਮੀਨਾਰ ਵੀ 3 ਕੀਤੇ, ਹਜ਼ਾਰ ਸਰਪੰਚ ਬੁਲਾ ਕੇ ਕਿ ਆਪਾਂ ਇਹਨੂੰ ਗ੍ਰਾਮ ਸਭਾ ਬੁਲਾਉਣੀਆਂ ਨੇ ਤੇ ਬੁਲਾ ਕੇ ਉਹਨਾਂ ਵਿੱਚ ਫੈਸਲੇ ਕਰਨੇ ਨੇ, ਜੋ ਵੀ ਪਿੰਡਾਂ ਦੇ ਹੋਣਗੇ ਜਾਂ ਜੋ ਸ਼ਾਮਲਾਟ ਦੀਆਂ ਬੋਲੀਆਂ ਹੋਣ ਜਾਂ ਜਿੰਨੀਆਂ ਵੀ ਹੋਰ ਸਕੀਮਾਂ ਨੇ ਸਾਰੀਆਂ। ਕਾਨੂੰਨੀ ਤੌਰ ਤੇ ਵੀ ਇਹੀ ਹੈ। ਕਾਨੂੰਨ 'ਚ ਜੂਨ ਦੇ ਮਹੀਨੇ ਤੇ ਦਸੰਬਰ ਦੇ ਮਹੀਨੇ ਗ੍ਰਾਮ ਸਭਾ ਦੇ ਇਜਲਾਸ ਹੋਣੇ ਲਾਜ਼ਮੀ ਨੇ ਹਰ ਹਾਲਤ ਦੇ ਵਿੱਚ। ਇਹਨਾਂ ਨੇ 15 ਜੂਨ ਤੋਂ 26 ਜੂਨ ਰੱਖੀ ਇਹ ਡੇਟ, ਪਰ ਬਹੁਤੇ ਥਾਵਾਂ ਤੋਂ ਇਹ ਆਵਾਜ਼ ਆ ਰਹੀ ਹੈ ਕਿ ਉਹ ਫਾਰਮੈਲਿਟੀ ਹੋ ਰਹੀ ਹੈ। ਕੁਝ ਪਿੰਡਾਂ ਤੇ ਜਦੋਂ ਇਹ ਹੋਇਆ ਕਿ ਐਤਕੀ ਹੋਣਗੀਆਂ ਠੀਕ ਤਰੀਕੇ ਨਾਲ, ਜਿਹੜੇ ਥੋੜੇ ਜਿਹੇ ਚੌਕਸ ਲੋਕ ਸੀ ਉਹ ਜਾ ਕੇ ਬੈਠੇ, ਕਿਤੇ ਅਧਿਕਾਰੀਓ ਨਹੀਂ ਗਏ, ਕਿਤੇ ਕਰਮਚਾਰੀ ਨਹੀਂ ਗਏ। ਜਿਹੜੀਆਂ ਡੇਟਾਂ ਕੱਢੀਆਂ ਨੇ, ਇਹਨਾਂ ਨੇ ਡੇਟਾਂ ਲਾਉਂਦੇ ਹੁੰਦੇ ਨੇ BDO ਦਫ਼ਤਰ ਦੇ ਵਿੱਚ ਵੀ, ਤੁਹਾਡੇ ਪਿੰਡ ਅੱਜ ਹੈ, ਤੁਹਾਡੇ ਪਿੰਡ ਕਿਹੜੇ ਦਿਨ ਹੈ, ਕਿਹੜੇ ਦਿਨ ਹੈ। ਤਾਂ ਸੋਸ਼ਲ ਮੀਡੀਆ ਤੇ ਕਈ ਲੋਕ ਪਾ ਰਹੇ ਨੇ ਕਿ ਫਲਾਣੇ ਪਿੰਡ ਡੇਟ ਦਿੱਤੀ ਹੋਈ ਸੀ ਤੇ ਉਹ ਕਹਿੰਦੇ ਹੈ ਨਹੀਂ। ਇੱਕ ਪਿੰਡ ਮੈਨੂੰ ਪਤਾ ਲੱਗਿਆ ਨਾਭੇ ਦੇ ਨੇੜੇ ਪਿੰਡ ਥੂਹੀ, ਉਹ ਕਹਿੰਦੇ ਵੀ ਡੇਟ ਕੱਲ ਦੀ ਸੀ, ਅੱਜ ਹੀ ਅਫਸਰ ਚਲੇ ਗਏ ਗੁਰਦੁਆਰੇ ਜਾ ਕੇ ਬੋਲਤਾ ਵੀ ਆਜੋ ਵੀ ਗ੍ਰਾਮ ਸਭਾ। ਲੋਕਾਂ ਨੂੰ ਤਾਂ ਹੁਣ ਇਹ ਸੀਗਾ ਵੀ ਕੱਲ ਨੂੰ ਆਪਾਂ ਇਕੱਠੇ ਹੋਣਾ ਤੇ ਉਹ ਆਪਣੇ ਕੰਮ ਧੰਦੇ ਚਲੇ ਗਏ। ਇਸ ਲਈ ਜਿਹੜਾ ਇੱਕ ਗੰਭੀਰਤਾ ਹੁੰਦੀ ਹੈ ਅਫਸਰਸ਼ਾਹੀ 'ਚ ਜਾਂ ਨਿਟਲੇ ਕਰਮਚਾਰੀਆਂ 'ਚ ਜਾਂ ਉਹਦੇ ਪ੍ਰਤੀ ਕਮਿਟਮੈਂਟ, ਉਹ ਦਿਖਾਈ ਘੱਟ ਦੇ ਰਹੀ ਹੈ, ਹਜੇ ਉਸ ਲੈਵਲ ਤੇ ਨਹੀਂ ਦੇ ਰਹੀ। ਇਹਦੇ ਲਈ ਸਰਕਾਰ ਨੂੰ ਪਿੱਛੇ ਪੈਣਾ ਮੰਤਰੀ ਨੂੰ ਤੇ ਬਾਕੀ ਲੋਕਾਂ ਨੂੰ, ਕਿ ਦੋ ਗੱਲਾਂ ਕਰਨੀਆਂ ਪੈਣਗੀਆਂ। ਇੱਕ ਤਾਂ ਜਾਗਰੂਕਤਾ ਮੁਹਿੰਮ ਆਮ ਲੋਕਾਂ ਦੇ ਵਿੱਚ, ਤੇ ਦੂਜਾ ਜਿਹੜਾ ਨਹੀਂ ਕਰਨ ਕੇ ਰਾਜੀ ਸਰਪੰਚ ਜਾਂ ਬਾਕੀ ਦੇ ਲੋਕ ਜਿਹੜੇ ਨੇ ਕਰਮਚਾਰੀ ਤੇ ਮੁਲਾਜ਼ਮ, ਉਹਨਾਂ ਨੂੰ ਫਿਰ ਸਖਤੀ ਵੀ ਕਰਨੀ ਪੈਣੀ ਹੈ ਇੱਕ ਹੱਦ ਤੱਕ, ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿ ਤੁਸੀਂ ਕਿਉਂ ਇਹਨੂੰ ਫੋਲੋ ਨਹੀਂ ਕਰਦੇ ਕਾਨੂੰਨ। ਹਾਂ, ਜੇਕਰ ਜਿਹੜੀਆਂ ਇਹ ਗੱਲਾਂ ਹੋ ਰਹੀਆਂ ਨੇ ਜਾਲੀਪਣ ਦੀਆਂ, ਮਤਲਬ ਕਿਸੇ ਨੇ ਜ਼ਮੀਨ ਦੱਬੀ ਹੋਈ ਹੈ, ਨਜਾਇਜ਼ ਦੱਬੀ ਹੋਈ ਹੈ, ਕਿਸੇ ਨੇ ਜ਼ਮੀਨ ਮਤਲਬ ਠੇਕੇ ਤੇ ਲੈ ਕੇ ਛੱਡੀ ਉਹ ਨਹੀਂ, ਜਾਂ ਥੋੜਾ ਦੇ ਰਿਹਾ, ਪ੍ਰੋਪਰ ਬੋਲੀ ਨਹੀਂ ਹੋ ਰਹੀ, ਕੋਈ ਹੋਰ ਸਕੀਮਾਂ ਨੇ, 5 ਮਰਲੇ ਦੇ ਪਲਾਟ ਨੇ ਗਰੀਬਾਂ ਲਈ, ਮਨਰੇਗਾ ਦੇ ਵਿੱਚ ਕੰਮ ਮੰਗਣ ਦਾ ਕੰਮ ਹੈ, ਪ੍ਰੋਜੈਕਟ ਬਣਾਉਣੇ ਨੇ, ਉਹਦੇ ਵਿਧਵਾ ਬੁਢਾਪਾ ਪੈਨਸ਼ਨਾਂ ਦੇ ਸਵਾਲ ਨੇ, ਕਿਹਨੂੰ ਲੱਗਣੀਆਂ ਕਿਹਨੂੰ ਨਹੀਂ। ਔਰ ਈਵਨ ਜੇ ਇਹ ਚੀਜ਼ਾਂ ਵੀ ਜਿਹੜੀਆਂ 1 ਕਿਲੋਵਾਟ ਕਿਹਦੇ ਲੋੜ ਹੈ ਕਿਹਦੇ ਨਹੀਂ ਹੈ, ਜੇ ਇਹ ਵੀ ਸਾਰਾ ਜਿਹੜਾ ਮੁਫਤ ਬਿਜਲੀ ਦਾ ਸਵਾਲ ਹੈ ਗ੍ਰਾਮ ਸਭਾਵਾਂ 'ਚ ਆ ਜੇ, ਤਾਂ ਇੱਕ ਤਾਂ ਜਨਤਕ ਤਰੀਕੇ ਨਾਲ ਫਾਇਦੇ ਇਹ ਹੁੰਦੇ ਨੇ ਉਹਦੇ ਕਿ ਜਾਲੀਪਣ ਖਤਮ ਹੋ ਜਾਂਦਾ। ਜਿਹੜਾ ਬੰਦਾ ਜਾਲੀ ਕਰਦਾ ਤਾਂ ਇਕੱਠ ਦੇ ਵਿੱਚ ਉਹਨੂੰ ਰੋਕਣ ਵਾਲੇ ਬੰਦੇ ਹੁੰਦੇ ਨੇ, ਕਹਿ ਦਿੰਦੇ ਨੇ, ਨੋਟਿਸ 'ਚ ਆ ਜਾਂਦਾ, ਤੇ ਉਹ ਕੰਮ ਤੋਂ ਹੀ ਝਿਜਕ ਹੈ ਸਾਰਿਆਂ ਨੂੰ। ਇਹ ਜਿਹੜਾ ਸ਼ਾਮਲਾਟ ਜ਼ਮੀਨ ਦਾ ਮਾਮਲਾ ਵੀ ਤੁਸੀਂ ਗੱਲ ਕਰਦੇ ਹੋ ਕਿ ਇਧਰ ਜ਼ਮੀਨ ਨਾ ਕਰ ਦਿੱਤੀ ਗਈ, ਐਕਚੁਅਲੀ ਮੁਸ਼ਤਰਕਾ ਮਾਲਕਾਨ ਜ਼ਮੀਨ ਦਾ ਜਿਹੜਾ ਇੱਕ ਤਰੀਕਾ, ਉਹ ਨਾ ਡਾਇਰੈਕਟਰ ਕੰਸੋਲੀਡੇਸ਼ਨ ਹੁੰਦਾ ਇੱਕ, ਤੇ ਜਿਹੜੀਆਂ ਸਾਂਝੀਆਂ ਜ਼ਮੀਨਾਂ ਛੱਡੀਆਂ ਨੇ, 2 ਟਾਈਪ ਦੀਆਂ ਜ਼ਮੀਨਾਂ ਨੇ, ਸ਼ਾਮਲਾਟ ਦੇ ਤੇ ਸ਼ਾਮਲਾਟ ਮੁਸ਼ਤਰਕਾ ਮਾਲਕਾਨ। ਔਰ ਬਹੁਤੇ ਥਾਵਾਂ ਤੇ ਫਿਰ ਮੁਸ਼ਤਰਕਾ ਮਾਲਕਾਨ ਮਿਲ ਮੁਲ ਕੇ ਨਾਮ ਕਰ ਦਿੱਤੀਆਂ ਜਾਂਦੀਆਂ ਨੇ। ਪਰ ਹੁਣ ਜਦੋਂ ਕਾਨੂੰਨ ਬਣ ਚੁੱਕਿਆ ਹੈ, ਸੁਪਰੀਮ ਕੋਰਟ ਦੀ ਜੱਜਮੈਂਟ ਵੀ ਆ ਚੁੱਕੀ ਹੈ ਕਿ ਕੋਈ ਵੀ ਜ਼ਮੀਨ, ਚਾਹੇ ਉਹ ਮੁਸ਼ਤਰਕਾ ਮਾਲਕਾਨ ਹੈ ਚਾਹੇ ਉਹ ਸ਼ਾਮਲਾਟ ਦੇ ਹੈ, ਹੁਣ ਨਿੱਜੀ ਨਾਮ ਤੇ ਨਹੀਂ ਹੋਏਗੀ, ਹੁਣ ਉਹ ਸਾਂਝੀ ਹੀ ਰਹੇਗੀ। ਜਿਹੜੀ ਇੱਕ ਵਾਰ ਦਾਨ ਕਰਤੀ ਵਾਪਸ ਨਹੀਂ ਜਾਏਗੀ, ਛੱਡੀ ਨਹੀਂ ਜਾਏਗੀ, ਮਤਲਬ ਕਿਸੇ ਵੀ ਰੂਪ 'ਚ। ਉਸ ਡਾਇਰੈਕਸ਼ਨ 'ਚ ਹੁਣ ਇਹ ਗੈਰ ਕਾਨੂੰਨੀ ਮੰਨੀਆਂ ਜਾਂਦੀਆਂ। ਤੇ ਹਾਂ, ਇੱਕ ਗੱਲ ਜ਼ਰੂਰ ਹੈ ਕਿ ਕੁਝ ਜ਼ਮੀਨਾਂ ਉਹ ਨੇ ਜਿਹੜੀਆਂ ਆਬਾਦਕਾਰ ਨੇ, ਆਬਾਦ ਕੀਤੀਆਂ ਨੇ ਆਬਾਦਕਾਰਾਂ ਨੇ, ਚਾਹੇ ਉਹ 47 ਤੋਂ ਪਹਿਲਾਂ ਜਾਂ ਆਜ਼ਾਦੀ ਤੋਂ ਬਾਅਦ ਉਧਰੋਂ ਬੰਦੇ ਆਏ ਸੀ, ਉਹਨਾਂ ਨੂੰ ਦੇਤੀਆਂ ਵੀ ਚੱਲ ਤੁਸੀਂ ਆਪਣੇ ਰੋਜੀ ਰੋਟੀ ਲਈ ਕਰ ਲਓ। ਉਹਨਾਂ ਤੇ ਕੰਟਰੋਵਰਸੀ ਹੈ। ਉਹ ਲੋਕ ਕਹਿੰਦੇ ਨੇ ਇਹ ਸਾਡਾ ਧੱਕੇ ਦਾ ਦਾਵਾ ਨਹੀਂ ਹੈ, ਇਹ ਸਾਨੂੰ ਉਸ ਸਮੇਂ ਸਰਕਾਰਾਂ ਨੇ ਦਿੱਤੀਆਂ, ਸਾਡੇ ਕੋਲ ਪਰਚੇ ਵੀ ਨੇ, ਜਾਂ ਸਾਡੇ ਕੋਲ ਉੱਥੇ ਮੀਟਰ ਲੱਗੇ ਨੇ, ਉੱਥੇ ਬਾਕੀ ਦੀਆਂ ਚੀਜ਼ਾਂ ਨੇ ਕਿ ਅਸੀਂ ਕਦੋਂ ਤੋਂ ਪਾਉਂਦੇ ਹਾਂ।
ਉਹਦੇ ਤੇ ਵਿਚਾਰ ਹੋਰ ਤਰੀਕੇ ਨਾਲ ਕਰਨ ਦੀ ਲੋੜ ਹੈ। ਤੇ ਬਾਕੀ ਜਿਹੜੇ ਜਾਲੀਪਣ ਮਤਲਬ ਤਰੀਕੇ ਨਾਲ ਮਿਲ ਮਿਲਾ ਕੇ ਅਫਸਰਾਂ ਦੇ ਡਾਇਰੈਕਟਰ ਕੰਸੋਲੀਡੇਸ਼ਨ ਨਾਲ ਮਿਲ ਕੇ ਬਹੁਤ ਲੋਕਾਂ ਨੇ ਜ਼ਮੀਨਾਂ ਜਿਹੜੇ ਰਸੂਖਦਾਰ ਨੇ ਉਹਨਾਂ ਨੇ ਆਪਣੇ ਨਾਮ ਕਰਾਈਆਂ ਨੇ, ਮੋਟੀਆਂ ਰਿਸ਼ਵਤਾਂ ਚੱਲੀਆਂ ਨੇ ਉਹ ਸਾਰੇ ਮਾਮਲੇ ਦੇ ਵਿੱਚ। ਉਹਦੀ ਇੱਕ ਸਭ ਮਾਮਲਿਆਂ ਦੀ ਇੱਕ ਪ੍ਰੋਪਰ ਜਾਂਚ ਹੋ ਕੇ ਮਤਲਬ ਇਨਸਾਫ ਦੀ ਬੁਨਿਆਦ ਦੇ ਉੱਤੇ ਜਿਹੜੇ ਜੈਨੂਅਨ ਬੰਦੇ ਨੇ ਜਿਨ੍ਹਾਂ ਦੀ ਕੇਵਲ ਰੋਜੀ ਰੋਟੀ ਚੱਲਦੀ ਹੈ, ਕਈ ਮਾਮਲਿਆਂ 'ਚ ਕੇਵਲ 1.5 2 ਏਕੜ ਵਾਲੇ ਬੰਦੇ ਨੇ ਇੰਨਾ ਚਿਰ ਤੋਂ ਆਪਣੇ ਪਰਿਵਾਰ ਪਾਲਦੇ ਨੇ, ਉਹ ਰੋਜੀ ਰੋਟੀ ਦੇ ਸਾਧਨ ਨੇ ਹੋਰ ਟਾਈਮ। ਉਹਨਾਂ ਲਈ ਸਰਕਾਰ ਨੇ, ਪਹਿਲੀਆਂ ਸਰਕਾਰਾਂ ਨੇ ਵੀ ਕਿਤੇ ਕਿਤੇ ਕੋਈ ਨਾ ਕੋਈ ਪਾਲਿਸੀ ਬਣਾਉਣ ਦੀ ਟਰਾਈ ਕੀਤੀ ਵੀ ਕੁਝ ਰੇਟ ਤੈਅ ਕਰਕੇ ਜਨਰਲ ਤੇ ਉਹ ਰੇਟ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤੀ ਜਾਵੇ ਜ਼ਮੀਨ, ਤਾਂ ਕਿ ਪੱਕਾ ਇੱਕ ਇਹ ਮੁੱਦਾ ਹੱਲ ਹੋ ਜੇ। ਐ ਨਾ ਹੋਵੇ ਇੱਧਰ ਆ ਜਾ ਉੱਧਰ ਹੈ, ਜਿਵੇਂ ਸਰਕਾਰ ਵੈਸੇ ਵੀ ਤਾਂ ਕਰਦੀ ਹੈ ਨਾ। ਪਿਛਲੇ ਦਿਨਾਂ 'ਚ ਭਗਤੂਪੁਰੇ ਪਿੰਡ ਦਾ ਰੌਲਾ ਪੈ ਰਿਹਾ ਕਿ ਜੇ ਰੀਅਲ estate 'ਚ ਚਲੀ ਗਈ, ਜੇ ਰਸਤੇ ਬਚ ਗਏ ਤਾਂ ਰੀਅਲ estate ਹੀ ਲੈ ਜਾਂਦੀ ਹੈ, ਉਹਨੂੰ ਵੇਚ ਦਿੱਤੀ ਜਾਂਦੀ ਹੈ ਉਹ ਜ਼ਮੀਨ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹਨਾਂ ਮਾਮਲਿਆਂ ਨੂੰ ਪਰਮਾਨੈਂਟ ਮਤਲਬ ਇਹਦੇ ਸੋਲੂਸ਼ਨ ਦੇ ਵਾਸਤੇ ਇੱਕ ਪਾਲਿਸੀ ਬਣਾਉਣ ਦਾ ਕੁਐਸਚਨ ਹੈ, ਤਾਂ ਕਿ ਉਹ ਛੋਟੇ ਵਾਲਿਆਂ ਦਾ ਵੀ ਰੌਲਾ ਨਿਬੜ ਜੇ ਤੇ ਜਿਹੜੇ ਵੱਡੇ ਰਸੂਖਦਾਰਾਂ ਨੇ ਮੋਟੀਆਂ ਦੱਬੀਆਂ ਹੋ ਜਾਣ ਉਹ ਛੁੱਟ ਵੀ ਜਾਣ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੀ, ਇਹ ਜਦੋਂ ਗੱਲ ਭ੍ਰਿਸ਼ਟਾਚਾਰ ਦੀ ਹੁੰਦੀ ਹੈ ਤਾਂ ਸਿੰਜਾਈ ਵਿਭਾਗ ਦੇ ਘੁਟਾਲੇ ਦੀ ਵੀ ਅੱਜ ਕੱਲ੍ਹ ਚਰਚਾ ਚੱਲ ਰਹੀ ਹੈ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਜਿਹੜਾ ਘਪਲਾ ਹੋਇਆ ਸੀਗਾ ਉਹਦੀ ਜਾਂਚ ਹੋਏਗੀ। ਮੈਨੂੰ ਇੱਕ ਵਾਰੀ ਕਿਸੇ ਦਾ ਫੋਨ ਆਇਆ, ਉਹਨਾਂ ਨੇ ਪੁੱਛਿਆ ਕਿ ਸਰਕਾਰ ਜਦੋਂ ਕਹਿ ਦਿੰਦੀ ਹੈ ਕਿ ਆਹ 800 ਕਰੋੜ ਦਾ ਘਪਲਾ ਹੈ, ਆਹ 7 ਕਰੋੜ ਦਾ, ਆਹ 10 ਕਰੋੜ ਦਾ, 100 ਕਰੋੜ ਦਾ, ਤਾਂ ਉਹ ਪੈਸਾ ਖਜ਼ਾਨੇ ਦੇ ਵਿੱਚ ਕਹਿੰਦੇ ਲਿਆਂਦਾ ਜਾਊਗਾ ਤੇ ਖਜ਼ਾਨਾ ਭਰਿਆ ਜਾਊਗਾ। ਖਜ਼ਾਨੇ ਦੇ ਵਿੱਚ ਕਿਸ ਢੰਗ ਨਾਲ ਆਏਗਾ? ਜਿਵੇਂ ਹੁਣ ਸਿੰਜਾਈ ਵਿਭਾਗ ਦੀ ਗੱਲ ਹੈ ਤੇ ਬੜੇ ਲੰਬੇ ਸਮੇਂ ਤੋਂ ਲਮਕ ਰਿਹਾ, ਕਿਤੇ ਇਹ ਵੀ ਨਾ ਹੋਵੇ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਹੱਥ ਉੱਪਰ ਪਹੁੰਚਦਿਆਂ ਫਿਰ ਖਿਸਕ ਜੇ। ਨਹੀਂ, ਉਹ ਤਾਂ ਜਿਹੜਾ ਖਜ਼ਾਨਾ ਆਊਗਾ ਨਾ ਆਊਗਾ ਇਹ ਤਾਂ ਫਰਾਡ ਦੀਆਂ ਗੱਲਾਂ ਨੇ ਕਿ ਖਜ਼ਾਨਾ ਆ ਜਾਏਗਾ ਜੀ ਵਾਪਸ ਅਸੀਂ ਐ ਲੈਣਾ। ਸਵਾਲ ਇਹ ਹੈ ਜਿਹਨੇ ਲੁੱਟ ਕੀਤੀ ਉਹਨੂੰ ਸਜ਼ਾ ਦੇਣ ਦਾ ਕੁਐਸਚਨ ਹੈ, ਜਾਂ ਜਿਹੜੀ ਉਹਦੀ ਜਾਇਦਾਦ ਦਾ ਸਾਧਨਾ ਤੋਂ ਜ਼ਿਆਦਾ ਦਿਖਾਈ ਦੇ ਰਹੀ ਹੈ ਕਿ ਇੰਨੇ ਇਹਦੇ ਸਾਧਨ ਸੀ, ਇੰਨੀ ਇਹਦੀ ਆਮਦਨ ਸੀ, ਆ ਵਾਧੂ ਆ, ਉਹ ਜ਼ਬਤ ਕਰਕੇ ਕਿਸੇ ਕੰਮ ਲਾਈ ਜਾਵੇ। ਮਤਲਬ ਜਿਹੜੇ ਮਾਮਲੇ ਦੇ ਵਿੱਚ ਦਿੱਤੀ ਜਾ ਸਕਦੀ ਹੈ ਕਿਸੇ ਰੂਪ ਦੇ ਵਿੱਚ। ਹੁਣ ਉਹ ਪੈਸਾ ਤਾਂ ਰਿਟਰਨ ਕਰਨਗੇ ਨਹੀਂ। ਜੇ 1000 ਕਰੋੜ ਖਾ ਲਿਆ ਕਿਸੇ ਨੇ, 800 ਕਰੋੜ ਖਾ ਲਿਆ, ਉਹ ਕਿੱਥੋਂ? ਜਿਹਨੂੰ ਤੁਸੀਂ ਜੇਲ੍ਹ 'ਚ ਬੰਦ ਕਰਤਾ, ਜੇਲ੍ਹ 'ਚ ਬੰਦ ਕਰਕੇ ਜੇਕਰ ਉਹਨੂੰ ਸਜ਼ਾ ਹੋ ਜਾਂਦੀ ਹੈ ਤਾਂ ਸਜ਼ਾ ਭੁਗਤੂਗਾ, ਜਾਂ ਕੋਰਟ ਜਿਹੜਾ ਜੁਰਮਾਨਾ ਲਾਊਗੀ ਉਹ ਜੁਰਮਾਨਾ ਉਸ ਲੈਵਲ ਦਾ ਜੁਰਮਾਨਾ ਅਦਾ ਕਰੂਗਾ। ਤੇ ਹੋਰ ਤਾਂ ਮੈਂ ਨਹੀਂ ਦੇਖਿਆ ਕਦੇ ਇਸ ਲੈਵਲ ਦਾ ਕੋਈ ਬਹੁਤ ਵੱਡਾ। ਉਹਨੂੰ ਜਿਵੇਂ ਸ਼ਾਮਲਾਟਾਂ ਵੀ ਛਡਾਈਆਂ ਜਾ ਰਹੀਆਂ ਨੇ ਜਿਹੜੀਆਂ, ਜਦੋਂ ਤੁਸੀਂ ਕਹਿੰਦੇ ਹੋ ਵੀ ਅਸੀਂ 800 ਕਰੋੜ ਦਾ ਫਾਇਦਾ ਕਰਤਾ 1000 ਕਰੋੜ ਦਾ, ਸ਼ਾਮਲਾਟ ਸਰਕਾਰੀ ਖਜ਼ਾਨੇ 'ਚ ਨਹੀਂ ਜਾਏਗੀ, ਉਹ ਪੰਚਾਇਤੀ ਲੈਂਡ ਹੈ, ਉਹ ਪੰਚਾਇਤ ਨੂੰ ਪਿੰਡ ਨੂੰ ਫਾਇਦਾ ਹੋਣਾ ਚਾਹੀਦਾ। ਦੂਜੀ ਗੱਲ ਇਹ ਹੈ ਵੀ ਉਹ ਇੰਨੇ ਕਰੋੜ ਨਹੀਂ ਦੇਗੀ, ਉਹ ਉਹਦੇ ਤੋਂ ਬੋਲੀ ਤੋਂ ਬਾਅਦ ਜੋ ਉਹਨੂੰ ਆਮਦਨ ਆਏਗੀ ਕੇਵਲ ਉਨੀ ਆਮਦਨ ਆਏਗੀ। ਕਈ ਵਾਰ ਇਹਦੇ ਵੀ ਪਰਸੈਪਸ਼ਨ ਗਲਤ ਕ੍ਰੀਏਟ ਹੋ ਜਾਂਦੇ, ਲੋਕ ਕਹਿੰਦੇ ਇਹਦੇ ਨਾਲ ਪੂਰਾ ਕਰਜ਼ਾ ਤਾਰ ਦੋ ਜੀ, ਵੇਚ ਦੋ ਜੀ, ਫਲਾਨਾ ਕਰ ਦੋ, ਕਿਉਂਕਿ ਓਨਰਸ਼ਿਪ ਹੀ ਸਰਕਾਰ ਦੀ ਵੀ ਹੈ, ਜਿਹੜੀ ਮਾਲਕੀ ਹੈ ਉਹ ਪੰਚਾਇਤਾਂ ਦੀ ਮਾਲਕੀ ਹੈ, ਸਰਕਾਰ ਕੋਲ ਕਿਵੇਂ ਚਲੀ ਜਾਊਗੀ? ਔਰ ਨਾ ਹੀ ਜਾਣੀ ਚਾਹੀਦੀ ਹੈ। ਜੇ ਟੇਢੇ ਢੰਗ ਨਾਲ ਸਰਕਾਰ ਲਿਜਾਣਾ ਚਾਹੁੰਦੀ ਹੈ ਕਿਸੇ ਹੋਰ ਸੈਕਸ਼ਨ ਦੀ ਜ਼ਮੀਨ ਤਾਂ ਉਹ ਹੈ ਵੀ ਗਲਤ ਹੈ, ਉਹ ਹੈ ਜੇ ਗੈਰ ਕਾਨੂੰਨੀ ਕੰਮ ਬਣ ਜਾਊਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਸੇ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਸਭ ਤੋਂ ਬੜਾ ਕੁਐਸਚਨ ਤਾਂ ਇਹ ਹੈ ਹੁਣ ਤੱਕ ਕਿ ਜਿਹੜੇ ਬੰਦੇ ਘਪਲੇ ਦੇ ਵਿੱਚ ਪ੍ਰਾਈਮਾ ਫੇਸੀ ਅਜੇ ਜਿਹੜਾ ਜਿਵੇਂ ਸਿੰਚਾਈ ਘੁਟਾਲਾ ਸੀ, ਸਿੰਚਾਈ ਘੁਟਾਲਾ ਮੁੱਢਲੇ ਰੂਪ ਚ ਵਿਜੀਲੈਂਸ ਜਾਂਚ ਦੇ ਵਿੱਚ ਇਹ ਪਾਇਆ ਗਿਆ ਕਿ ਇਹਦੇ ਚ ਫਰਾਡ ਹੋਏਗਾ। ਜਿਹੜਾ ਬੰਦਾ ਫੜਿਆ ਗਿਆ ਸੀ ਗੁਰਿੰਦਰ ਸਿੰਘ ਭਾਪਾ, ਉਹਨੂੰ ਕਹਿੰਦੇ ਸੀ ਪੱਪੂ, ਜਿਹੜਾ ਸਰਹੰਦ ਤੋਂ ਇੱਕ, ਉਹ ਜਦੋਂ ਫੜੇ ਜਾਣ ਤੋਂ ਬਾਅਦ ਉਹਨੇ ਕਿਹਾ ਕਿ ਐਂ ਚੱਲਦਾ ਸੀਗਾ, ਮੈਂ ਇਸ ਤਰੀਕੇ ਨਾਲ ਫਲਾਣੇ ਬੰਦੇ ਇਨਵੋਲਵ ਸੀ। ਉਸ ਦੇ ਆਧਾਰ ਤੇ ਵਿਜੀਲੈਂਸ ਨੂੰ ਫਿਰ ਇੱਕ ਸਾਡੇ ਕਾਨੂੰਨ ਬਣ ਗਿਆ। ਕਾਨੂੰਨ ਦੇ ਵਿੱਚ ਸੈਕਸ਼ਨ ਹੈ 117 ਇਹ, ਜਿਹਦੇ ਚ ਜਿਹੜੇ ਬਿਊਰੋਕਰੇਟ ਨੇ, ਅਫਸਰ ਨੇ, ਜੇ ਉਹਨਾਂ ਤੇ ਅੱਗੋਂ ਕ੍ਰਿਮੀਨਲ ਪਰਚਾ ਦਰਜ ਕਰਕੇ ਮੁਕੱਦਮਾ ਅੱਗੇ ਚਲਾਉਣਾ ਹੈ ਤਾਂ ਸਰਕਾਰ ਤੋਂ ਮਨਜ਼ੂਰੀ ਦੀ ਲੋੜ ਹੈ। ਸਰਕਾਰ ਮਨਜ਼ੂਰੀ ਨਹੀਂ ਦੇ ਰਹੀ ਸੀ। ਪਹਿਲਾਂ ਅਮਰਿੰਦਰ ਸਿੰਘ ਦੀ ਸਰਕਾਰ ਵੀ ਲੰਘ ਗਈ, ਫਿਰ ਚੰਨੀ ਦੀ ਸਰਕਾਰ ਵੀ ਲੰਘ ਗਈ ਤੇ ਮਨਜ਼ੂਰੀ ਨਹੀਂ ਦਿੱਤੀ। ਹੁਣ ਵੀ ਇਹ ਮਨਜ਼ੂਰੀ ਦਿੱਤੀ ਗਈ ਤੇ ਇੱਕ ਅਦਾਲਤ ਦੇ ਵਿੱਚ ਮੁਕੱਦਮਾ ਗਿਆ ਕਿ ਇਹ ਕਿਉਂ ਮਨਜ਼ੂਰੀ ਨਹੀਂ ਦੇ ਰਹੇ ਵਿਜੀਲੈਂਸ ਨੂੰ। ਫਿਰ ਸਰਕਾਰ ਨੇ ਉੱਥੇ ਸਹਿਮਤੀ ਕਰ ਲਈ ਸੀ ਕਿ ਅਸੀਂ ਮਤਲਬ ਵਿਜੀਲੈਂਸ ਨੇ ਕਿ ਅਸੀਂ ਸਰਕਾਰ ਨੂੰ ਭੇਜਾਂਗੇ ਜੀ ਮਨਜ਼ੂਰੀ ਦੇ ਵਾਸਤੇ। ਉਦੋਂ ਬਾਅਦ ਵੀ ਫਿਰ ਸਮਾਂ ਲੰਘ ਗਿਆ। ਹੁਣ ਕੰਟੈਂਪਟ ਆਫ ਕੋਰਟ ਪਈ ਹੋਈ ਹੈ, ਹੁਣ ਮਾਨਹਾਨੀ ਦਾ ਕੋਰਟ ਪਿਆ ਹੋਇਆ ਹੈ, ਮਤਲਬ ਮਾਨਹਾਨੀ ਦਾ ਚੀਫ ਸੈਕਟਰੀ ਤੱਕ ਨੂੰ ਸਮਨ ਕੀਤਾ ਹੋਇਆ ਕੋਰਟ ਨੇ ਕਿ ਦੱਸੋ ਭਾਈ ਕੀ ਕਿਉਂ ਨਹੀਂ, ਤੁਸੀਂ ਤੁਹਾਡੀ ਦਲੀਲ ਕੀ ਹੈ ਇਸ ਮਾਮਲੇ ਵਿੱਚ। ਔਰ ਇਸ ਮਾਮਲੇ ਦੇ ਵਿੱਚ ਦਲੀਲ ਹੋਣ ਕਰਕੇ ਹੁਣ ਅਦਾਲਤ ਦੇ ਵਿੱਚ ਜਦੋਂ ਇਹਨਾਂ ਨੇ ਵਾਅਦਾ ਕਰ ਲਿਆ ਕਿ ਹਾਂ ਅਸੀਂ ਭੇਜਾਂਗੇ ਤਾਂ ਇਹ ਭੇਜ ਦਿੱਤਾ ਗਿਆ। ਪਤਾ ਇਹ ਲੱਗਿਆ ਕਿ ਉਹ ਹੁਣ ਸਰਕਾਰ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਗਿਆ। ਹੁਣ ਜੇ ਉਹ ਮਨਜ਼ੂਰੀ ਸਰਕਾਰ ਦਿੰਦੀ ਹੈ ਕਿੰਨੇ ਦਿਨਾਂ ਚ ਦਿੰਦੀ ਹੈ,
ਜ਼ੀਰੋ ਟੋਲਰੈਂਸ ਹੈ ਤਾਂ ਮੰਨਿਆ ਜਾਏਗਾ ਕਿ ਮਨਜ਼ੂਰੀ ਹਫ਼ਤੇ 5-4 ਦਿਨ ਚ, ਹਫ਼ਤੇ ਚ, ਇੱਕ ਅੱਧੇ ਦਿਨ ਚ ਜਦੋਂ ਵੀ ਮਰਜ਼ੀ ਦੇ ਸਕਦੀ ਹੈ ਸਰਕਾਰ। ਅੱਜ ਵੀ ਦੇ ਸਕਦੀ ਹੈ, ਕੱਲ ਵੀ, ਹਫ਼ਤਾ 10 ਦਿਨ 20 ਦਿਨ। ਉਹ ਲਮਕਣਾ ਨਹੀਂ। ਜੇ ਮੌਜੂਦਾ ਜਦੋਂ ਮਨਜ਼ੂਰੀ ਮਿਲ ਜਾਂਦੀ ਤਾਂ ਬਿਜਨਸ ਦੀ ਅਗਲੀ ਕਾਰਵਾਈ ਸ਼ੁਰੂ ਹੋ ਜਾਂਦੀ। ਔਰ ਇਹ ਬੜੇ ਵੱਡੇ ਇਹਦੇ ਚ ਲੋਕ ਨੇ, ਕਿਉਂਕਿ 2 ਤਾਂ ਮੰਤਰੀਆਂ ਦਾ ਨਾਮ ਹੈ ਜਿਹੜੇ ਉਹਦੇ ਚ ਆਇਆ ਹੋਇਆ ਨਾਮ ਹੈ ਬਕਾਇਦਾ ਕਾਗਜ਼ ਤੇ ਰਿਕਾਰਡ ਦੀ, ਜਿਹੜੇ ਅਕਾਲੀ ਦਲ ਦੇ ਵੇਲੇ ਸੀ। ਜਨਮੇਜਾ ਸਿੰਘ ਸੇਖੋਂ ਸੀ, ਸ਼ਰਨਜੀਤ ਸਿੰਘ ਢਿੱਲੋਂ ਸੀ, ਜਿਨ੍ਹਾਂ ਦਾ ਨਾਮ ਆਇਆ ਸੀਗਾ ਉਸ ਸਮੇਂ, ਇਰੀਗੇਸ਼ਨ ਮਿਨਿਸਟਰ ਸੀ। ਇਸੇ ਤਰ੍ਹਾਂ ਆਈਐਸ ਅਫਸਰਾਂ ਦਾ ਨਾਮ ਵੀ ਉਹਦੇ ਚ ਦਰਜ ਹੈ, ਜਿਹੜੀ ਪਟੀਸ਼ਨ ਵੀ ਪਾਈ ਹੋਈ ਹੈ, ਤੇ ਜਿਹੜਾ ਬਾਕੀ ਦੀ ਮਾਮਲਾ ਵੀ। ਉਹ ਸਾਬਕਾ ਸਾਡੇ ਮੁੱਖ ਚੀਫ ਸੈਕਟਰੀ ਰਹੇ ਨੇ ਸਰਵੇਸ਼ ਕੌਸ਼ਲ, ਔਰ ਇੱਕ KVS ਸਿੱਧੂ ਐਡੀਸ਼ਨਲ ਚੀਫ ਸੈਕਟਰੀ ਰਹੇ ਨੇ, ਜਾਂ ਉਹਦੇ ਚ ਵੀ ਇੱਕ ਕਾਹਨ ਸਿੰਘ ਪੰਨੂ ਹੋਣੀ ਸੈਕਟਰੀ ਰੈਂਕ ਤੋਂ ਰਿਟਾਇਰ ਹੋਏ ਨੇ। ਇਹ ਸਾਰੇ ਰਿਟਾਇਰਡ ਆ ਬਿਊਰੋਕਰੇਟ IAS। ਹੁਣ ਅਗਲੀ ਜਾਂਚ ਇਹ ਦੱਸੂਗੀ ਕਿ ਕਿਹਦਾ ਕੀ ਕਸੂਰ ਹੈ, ਕਿਹਦਾ ਨਹੀਂ। ਹਜੇ ਦੋਸ਼ੀ ਦਾ ਮਤਲਬ ਨਹੀਂ ਹੈ ਕਿ ਦੋਸ਼ੀ ਬਣ ਜਾਂਦਾ ਉਸ ਵਕਤ ਵਿੱਚ, ਪਰ ਅਗਲੀ ਜਾਂਚ ਤਾਂ ਸ਼ੁਰੂ ਹੋਏਗੀ। ਜਾਂਚ ਸ਼ੁਰੂ ਹੋਣ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ, ਜਿਹਦੇ ਖਿਲਾਫ ਕਾਰਵਾਈ ਬਣਦੀ ਹੈ, ਉਹ ਚਾਰਜ ਸ਼ੀਟ ਕਰਕੇ ਅਦਾਲਤ 'ਚ ਜਾਵੇ, ਅਦਾਲਤ 'ਚ ਮੁਕੱਦਮਾ ਚੱਲੇ। ਬੰਦਾ ਵੀ ਇਧਰੋਂ ਉਧਰੋਂ, ਤਲਵਾਰ ਬੰਦੇ ਤੇ ਵੀ ਲਟਕਦੀ ਰਹਿੰਦੀ ਹੈ ਸਾਲਾਂ ਦਰ ਸਾਲ, ਤੇ ਇਸੇ ਤਰ੍ਹਾਂ ਪਰਸੈਪਸ਼ਨ ਵੀ ਉਹਨਾਂ ਬਾਰੇ ਲੋਕਾਂ ਦੀ ਬਣੀ ਰਹਿੰਦੀ ਹੈ। ਤਾਂ ਅਦਾਲਤ ਦੇ ਵਿੱਚ ਜਾਏ, ਅਦਾਲਤ ਜੋ ਵੀ ਮੁਕੱਦਮੇ 'ਚ ਫੈਸਲਾ ਹੋਏਗਾ ਉਹ ਸਭ ਦੇ ਸਾਹਮਣੇ ਆਉਣਾ ਚਾਹੀਦਾ। ਔਰ ਇਹ ਬੜੇ ਚਿਰ ਦਾ ਇੱਕ ਰੁਕਿਆ ਹੋਇਆ ਮਾਮਲਾ ਹੈ। ਔਰ ਮੇਰਾ ਖਿਆਲ ਹੈ ਜੇ ਕੱਲ ਅੱਗੇ ਗੱਲ ਸ਼ੁਰੂ ਹੁੰਦੀ ਹੈ ਤਾਂ ਉਦੋਂ ਬਾਅਦ ਵੀ ਦੀਆਂ ਚੀਜ਼ਾਂ ਔਰ ਹੋਣੀਆਂ ਚਾਹੀਦੀਆਂ ਨੇ। ਔਰ ਨਾਲ ਦੀ ਨਾਲ ਇੱਕ ਗੱਲ ਇਹ ਹੈ ਕਿ ਸਰਕਾਰ ਕੋਲ ਚਲਾ ਜਾਂਦਾ, ਮੰਨ ਲਓ ਜਿਹੜਾ ਮਾਮਲਾ ਇਦੋਂ ਪਹਿਲਾਂ ਇਹ ਹੁੰਦਾ ਸੀ, ਉਹ ਸੋਧ ਕਰਨ ਤੋਂ 17A ਵਾਲੀ ਤੋਂ, ਕਿ ਕੁਝ ਟਾਈਮ ਲਿਮਟ ਹੋਣੀ ਚਾਹੀਦੀ ਹੈ। ਸਰਕਾਰ ਜੇ ਮਹੀਨਾ 2 ਮਹੀਨੇ ਰੱਖ ਕੇ ਉਹ ਤੇ ਮਾਈਂਡ ਅਪਲਾਈ ਕਰ ਲਏ, ਜੇ ਮਨਜ਼ੂਰੀ ਨਹੀਂ ਦਿੰਦੀ ਤਾਂ ਮਨਜ਼ੂਰੀ ਮੰਨੀ ਗਈ ਸਮਝ ਲੈਂਦੀ ਲਈ ਜਾਂਦੀ ਹੈ ਸੂ ਮੋਟੋ ਦੇ ਤੌਰ ਤੇ, ਕਿ ਹਾਂ ਮਨਜ਼ੂਰੀ ਦੇ ਦਿੱਤੀ ਗਈ ਹੈ ਸਮਝ ਲਓ ਇੱਕ ਸਮੇਂ ਤੱਕ। ਜਾਂ ਸਰਕਾਰ ਉਹਦੇ ਤੇ ਕੋਈ ਲਿਖ ਕੇ ਆਬਜੈਕਸ਼ਨ ਲਾਵੇ ਕਿ ਕਿਉਂ ਨਹੀਂ ਅਸੀਂ ਦੇ ਰਹੇ ਮਨਜ਼ੂਰੀ, ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਦਾ ਵਿਊ ਕੀ ਹੈ, ਕਿਉਂ ਨਹੀਂ। ਐਵੇਂ ਚੁੱਪ ਚੁਪੀਤੇ ਰੱਖੋ ਉਹ ਚੀਜ਼ਾਂ। ਇਹਦਾ ਮਤਲਬ ਇਹ ਹੈ ਕਿ ਤੁਸੀਂ ਕਰਪਸ਼ਨ ਨੂੰ ਪ੍ਰਮੋਟ ਕਰ ਰਹੇ ਹੋ। ਫਿਰ ਜੇ ਉਹਨੂੰ ਕੋਰਟ, ਜੇ ਰੀਅਲ ਸੈਂਸ ਦੇ ਵਿੱਚ ਤੁਸੀਂ ਮਨਜ਼ੂਰੀ ਦੇਤੀ, ਮੰਨ ਲਓ ਕੋਰਟ ਨੂੰ ਉਹ ਜਾਲੀ ਹੈ, ਉਹ ਗਲਤ ਹੈ, ਜਾਂ ਉਹ ਨਹੀਂ, ਉਹਦੇ ਤੇ ਐਲੀਗੇਸ਼ਨ ਗਲਤ ਲੱਗੇ, ਜਿਵੇਂ ਹੋਰ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਭਾਈ ਤੂੰ ਅਦਾਲਤ ਚਲਾ ਜਾ, ਫਿਰ ਅਦਾਲਤ ਦੇ ਵਿੱਚ ਜਾ ਕੇ ਤੈਨੂੰ ਅਦਾਲਤ ਬਰੀ ਕਰ ਦਊਗੀ, ਫਿਰ ਉਹ ਵੀ ਅਫਸਰਾਂ ਨੂੰ ਵੀ ਅਦਾਲਤ 'ਚ ਜਾ ਕੇ ਬਰੀ ਹੋਣਾ ਚਾਹੀਦਾ ਜੇਕਰ ਉਸ ਲੈਵਲ ਦੀ ਗੱਲ ਹੈ ਤਾਂ। ਇਸ ਲਈ ਇਸ ਗੱਲ ਦਾ ਵੀ ਇੱਕ ਪਾਲਿਸੀ ਲੈਵਲ ਤੇ ਆਵਾਜ਼ ਉੱਠਣੀ ਚਾਹੀਦੀ ਹੈ ਕਿ ਗਵਰਨਮੈਂਟ ਮਨ ਮਰਜ਼ੀ ਨਾ ਕਰੇ। ਜਿਹੜੇ ਕੁਛ ਅਫਸਰਾਂ ਦੀ ਦੇਤੀ, ਕੁਛ ਦੀ ਨਾ ਦੇਤੀ, ਇਹਦੇ ਲਈ ਕੋਈ ਰੂਲ ਬਣਨਾ ਚਾਹੀਦਾ ਕਿ ਕਦੋਂ ਤੱਕ ਉਹ ਦੇਣਗੇ, ਕਦੋਂ ਤੱਕ ਨਾ ਦੇਣ, ਤੇ ਨਹੀਂ ਤਾਂ ਫਿਰ ਪ੍ਰਵਾਨਗੀ ਮੰਨੀ ਸਮਝੇ, ਟਾਈਮ ਬਾਉਂਡ ਹੋਣੀ ਚਾਹੀਦੀ ਉਹ ਪ੍ਰਵਾਨਗੀ ਦਾ ਫੈਸਲਾ। ਭਾਵੇਂ ਕਿ ਸਰਕਾਰ ਨੇ ਹਮੀਰ ਸਿੰਘ ਜੀ IAS ਸੰਜੇ ਪੋਪਲੀ ਨੂੰ ਗ੍ਰਿਫਤਾਰ ਕੀਤਾ, ਪਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਨੈਕਸਸ ਜਿਹੜਾ ਆ ਉਹ IAS ਲੌਬੀ, ਬਿਊਰੋਕਰੇਟ, ਜਿੰਨੇ ਹੋਰ ਅਫਸਰ ਅਧਿਕਾਰੀ ਨੇ ਉਹਨਾਂ ਦਾ, ਤੇ ਨਾਲ MLAs ਮੰਤਰੀ ਨੂੰ ਜੋੜ ਲੈਂਦੇ ਨੇ, ਤੇ ਵਿੱਚ ਠੇਕੇਦਾਰਾਂ ਦੀ ਜਿਹੜੀ ਮਿਲੀ ਭੁਗਤ ਹੈ। ਹਾਲਾਂਕਿ ਜੇ ਕੋਈ ਇੱਕ ਅੱਧਾ ਬੋਲ ਪੈਂਦਾ ਤਾਂ ਕੇਸ ਸਾਹਮਣੇ ਆ, ਜੇ ਕੋਈ ਨਹੀਂ ਬੋਲਦਾ ਤਾਂ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ। ਮੰਤਰੀਆਂ ਨੂੰ, MLAs ਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਕਿ ਲੂਪ ਹੋਲ ਕਿੱਥੇ ਨੇ। ਆਪ ਦੱਸਦੇ ਨਹੀਂ, ਅਫਸਰਸ਼ਾਹੀ ਆਪ ਦੱਸਦੀ ਹੋਣੀ ਕਿ ਇੱਥੇ ਲੂਪ ਹੋਲ ਨੇ, ਇੰਨੇ % ਸਾਨੂੰ ਇਧਰੋਂ ਆ ਸਕਦਾ, ਇੰਨੇ % ਉਧਰੋਂ। ਇਹਦੇ ਉੱਤੇ ਸ਼ਿਕੰਜਾ ਕਿਉਂ ਨਹੀਂ ਕੱਸਿਆ ਜਾ ਸਕਦਾ? ਨਹੀਂ ਕੱਸਿਆ ਜਾਊ ਤਾਂ ਨੀਅਤ ਦੀ ਵੀ ਗੱਲ ਹੈ। ਜਦ ਮੰਤਰੀ ਬਿਠਾ ਕੇ ਕਹਿੰਦਾ ਵੀ ਆਪਾਂ ਨੂੰ ਮਾਲ ਚਾਹੀਦਾ, ਦੱਸੋ ਕਿੱਥੋਂ ਆਊਗਾ, ਫਿਰ ਉਹ ਹੈ। ਔਰ ਜਾਂ ਫਿਰ ਫਾਈਲਾਂ ਦੇ ਉੱਤੇ ਡਿਵਰਸ ਹੈ, ਜਿਹੜਾ ਕਾਨੂੰਨ 'ਚ ਤਾਂ ਜਿਵੇਂ IAS ਅਧਿਕਾਰੀ ਸੈਕਟਰੀ ਹੈ ਡਿਪਾਰਟਮੈਂਟ ਦਾ, ਤੇ ਉਹਦੇ ਕੋਲ ਉਹਨੂੰ ਪ੍ਰੋਟੈਕਸ਼ਨ ਵੀ ਬਥੇਰੀ ਹੈ ਤੇ ਦਿੱਤਾ ਹੈ। ਜੇ ਕੋਈ ਫਾਈਲ ਆਉਂਦੀ ਹੈ ਜਿਹੜੀ ਫਾਈਲ 'ਚ ਲੱਗਦਾ ਕਿ ਮੰਤਰੀ ਗਲਤ ਕਰ ਰਿਹਾ ਜਾਂ ਇਹ ਡਿਸੀਜਨ ਠੀਕ ਨਹੀਂ, ਤਾਂ ਉਹ ਫਾਈਲ ਨੋਟਿੰਗ ਦਿੰਦਾ। ਜੇ ਉਹ ਫਾਈਲ ਨੋਟਿੰਗ ਦੇ ਦੇ ਤਾਂ ਫੈਸਲਾ ਚੀਫ ਮਿਨਿਸਟਰ ਕੋਲ ਜਾ ਕੇ ਹੁੰਦਾ, ਮੰਤਰੀ ਨਹੀਂ ਕਰ ਸਕਦਾ। ਔਰ ਚੀਫ ਉੱਥੇ ਜਾ ਕੇ ਫੈਸਲੇ ਦੇ ਵਿੱਚ ਜੋ ਜੈਨੂਅਨ ਹੁੰਦਾ, ਜਿੱਧਰ ਚੀਫ ਮਿਨਿਸਟਰ ਆਪਣੀ ਗੱਲ ਕਹਿੰਦਾ ਤੇ ਉਹ ਕੰਮ ਹੋ ਜਾਂਦਾ। ਇਹਦਾ ਮਤਲਬ ਜਿਹੜੇ ਇਹ ਮਾਮਲੇ ਨੇ, ਜੇ ਹੇਠਾਂ ਫੈਸਲੇ ਨਾ ਹੋਣ ਤਾਂ ਉੱਪਰ ਤੱਕ ਕਈ ਸੈਕਟਰੀ ਲਿਖਦੇ ਰਹੇ ਨੇ ਇਹੋ ਜਿਹੀਆਂ ਚੀਜ਼ਾਂ ਕਿ ਨਹੀਂ ਜੀ ਇਹ ਨਾਮ ਡਿਪਾਰਟਮੈਂਟ ਦੇ ਪੱਖ 'ਚ, ਜਿਹਦਾ ਆਪਣਾ ਕਿਰਦਾਰ ਉਸ ਪੱਧਰ ਦਾ ਹੁੰਦਾ ਜਾਂ ਉਹਨੂੰ ਲੱਗਦਾ ਹੁੰਦਾ ਕਿ ਕਾਨੂੰਨ ਦੇ ਜਾਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਨਹੀਂ ਹੈਗਾ। ਬਿਊਰੋਕ੍ਰੇਸੀ ਬਣਾਈ ਉਹ ਇਸ ਗੱਲ ਦੇ ਲਈ ਹੈ ਕਿ ਉਹ ਕਾਨੂੰਨ ਮੁਤਾਬਕ ਕੰਮ ਕਰੇ, ਕਿਉਂਕਿ ਉਹ ਪੜ੍ਹੇ ਲਿਖੇ ਨੇ ਤੇ ਉਹਨਾਂ ਨੂੰ ਟ੍ਰੇਨਿੰਗ ਇਹ ਦਿੱਤੀ ਜਾਂਦੀ ਹੈ, ਜੇ ਮੰਤਰੀ ਦੇ ਨਾਲ ਸਹਾਇਕ ਦੇ ਤੌਰ ਤੇ ਲੱਗਦੇ ਨੇ ਉਹ ਕਾਨੂੰਨ। ਜੇ ਫਿਰ ਪੋਲੀਟੀਕਲ ਤਾਕਤ ਦਾ ਦੁਰਵਰਤੋਂ ਹੁੰਦੀ ਹੈ ਤਾਂ ਉਹਦੀ ਡਿਊਟੀ ਬਣਦੀ ਹੈ ਕਿ ਉਹ ਉਹਦੇ ਤੇ ਫਾਈਲ ਤੇ ਨੋਟਿੰਗ ਦੇ ਦੇ। ਜੇ ਉਹ ਫਾਈਲ ਤੇ ਨੋਟਿੰਗ ਠੀਕ ਤਰੀਕੇ ਨਾਲ ਦੇ ਦੇ ਤਾਂ ਮੰਤਰੀ ਮਨਮਾਨੀ ਨਹੀਂ ਕਰ ਸਕਦਾ। ਤਾਂ ਮੰਤਰੀ ਦਾ ਕੇਸ ਫਿਰ ਚੀਫ ਮਿਨਿਸਟਰ ਤੱਕ ਸਾਰੀ ਸਰਕਾਰ ਨੂੰ ਮਿਲਣਾ ਪਊਗਾ ਉਸ ਕਰਪਸ਼ਨ ਕਰਨ ਦੇ ਵਾਸਤੇ ਜੋ ਵੀ ਕਰਨੀ ਹੈ। ਇਹ ਰੂਲ ਤਾਂ ਇਸ ਲੈਵਲ ਦਾ ਆਲਰੇਡੀ ਹੈ, ਪਰ ਜਦ ਸਾਰਿਆਂ ਦੇ ਵਿੱਚ ਕਈ ਵਾਰ ਲਾਲਚ ਪੈ ਜਾਂਦਾ ਜਾਂ ਡਰ ਪੈ ਜਾਂਦਾ ਜਾਂ ਮੰਤਰੀ ਨੂੰ ਕਿਸੇ ਨੂੰ ਇਹ ਲੱਗਦਾ ਕਿ ਮੈਨੂੰ ਬਦਲ ਦਿੱਤਾ ਜਾਏਗਾ,
ਹਾਲਾਂਕਿ ਬਿਊਰੋਕਰੇਟ ਦਾ ਤਾਂ ਆਈਐਸ ਦਾ ਕੋਈ ਕੀ ਕਰ ਦਊਗਾ ਜੇਕਰ ਉਹ ਓਨੈਸਟਲੀ ਕੰਮ ਕਰਦਾ ਹੈ। ਵੱਧ ਤੋਂ ਵੱਧ ਪ੍ਰਾਈਮ ਪੋਸਟ ਨਹੀਂ ਮਿਲੇਗੀ, ਕਿਸੇ ਹੋਰ ਪੋਸਟ ਤੇ ਸਾਈਡ ਤੇ ਲਾ ਦੇਣਗੇ ਜਿਹਨੂੰ ਅਸੀਂ ਪ੍ਰਾਈਮ ਨਹੀਂ ਮੰਨਦੇ। ਵੈਸੇ ਤਾਂ ਹਰ ਪੋਸਟ ਹੀ ਪ੍ਰਾਈਮ ਹੁੰਦੀ ਹੈ। ਬਿਊਰੋਕਰੇਟ ਨੂੰ, ਆਈਐਸ ਕੇਡਰ ਦੇ ਅਧਿਕਾਰੀ ਨੂੰ ਕਿੱਥੇ ਲਾ ਦੇਣਗੇ, ਕਿਤੇ ਛੱਡ ਕੇ। ਔਰ ਕਿਤੇ ਤਾਂ ਲਾਉਣਗੇ ਹੀ, ਕੰਮ ਉੱਥੇ ਵੀ ਹੁੰਦਾ ਹੈ, ਐਸੀ ਗੱਲ ਨਹੀਂ ਕਿ ਕੰਮ ਕਿਤੇ ਵੀ ਨਹੀਂ ਹੁੰਦਾ। ਪਰ ਕਿਤੇ ਨਾ ਕਿਤੇ ਲਾਲਚ ਇਹ ਹੁੰਦਾ ਕਿ ਮੈਨੂੰ ਇਸ ਪੋਸਟ ਤੇ, ਜਿੱਥੇ ਪਬਲਿਕ ਦੀ ਡੀਲਿੰਗ, ਜਿੱਥੇ ਪੈਸੇ ਦੀ ਡੀਲਿੰਗ ਜ਼ਿਆਦਾ ਹੋਵੇ, ਉੱਥੇ ਮੇਰਾ ਰੁਤਬਾ ਵੱਧ ਹੈ। ਜਦੋਂ ਤੋਂ ਇਹ ਲਾਲਚ ਪੈ ਗਿਆ ਪ੍ਰਸ਼ਾਸਨਿਕ ਤਰੀਕਿਆਂ ਨੂੰ ਵੀ, ਹਲਕਿਆਂ ਨੂੰ ਵੀ, ਉਦੋਂ ਦਾ ਇਹ ਜ਼ਿਆਦਾ ਥੋੜਾ ਜਿਹਾ ਬਣ ਗਿਆ। ਫਿਰ ਮਿਲੀ ਭੁਗਤ ਫਿਰ ਹੇਠਾਂ ਤੋਂ ਉੱਪਰ ਤੱਕ ਹੋ ਜਾਂਦੀ ਹੈ। ਕਈ ਤਾਂ ਡਿਪਾਰਟਮੈਂਟ ਹੀ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਸ਼ੁਰੂ ਤੋਂ ਲੈ ਕੇ ਕਮਿਸ਼ਨ ਸਿਸਟਮ ਹੈ। ਮੈਨੂੰ ਨਹੀਂ ਲੱਗਦਾ ਜਿਹੜਾ ਹੁਣ ਵੀ ਉਹ ਕਿਵੇਂ ਰੋਕੂਗਾ ਕਿਵੇਂ ਨਹੀਂ। ਔਰ ਉਹਨੂੰ ਓਨੈਸਟ ਕਮਿਸ਼ਨ ਕਿਹਾ ਜਾਂਦਾ ਹੈ, ਇਮਾਨਦਾਰੀ ਵਾਲਾ। ਮੰਨ ਲਓ ਸਿੰਚਾਈ ਵਿਭਾਗ ਹੈ, ਪੀਡਬਲਯੂਡੀ ਡਿਪਾਰਟਮੈਂਟ ਹੈ, ਵੱਖ-ਵੱਖ ਡਿਪਾਰਟਮੈਂਟ ਨੇ, ਉਹਨਾਂ ਦੇ ਉਹ ਕਹਿੰਦੇ ਨੇ ਪ੍ਰੋਜੈਕਟ ਹੀ ਸ਼ੁਰੂ ਤੋਂ ਇੱਕ ਹਿੱਸਾ ਰੱਖ ਕੇ ਬਣਦਾ ਹੈ। ਕਿਆ ਇੰਨਾ ਸ਼ੁਰੂ ਵਾਲੇ ਮੁਲਾਜ਼ਮ ਦਾ, ਇੰਨਾ ਜੇਈ ਦਾ, ਇੰਨਾ ਐਸਡੀਓ, ਇੰਨਾ ਚੀਫ ਇੰਜੀਨੀਅਰ ਤੋਂ ਲੈ ਕੇ ਅੱਗੇ ਤੱਕ ਦੇ ਜਿਹੜੇ ਹਿੱਸੇ ਨੇ ਉਹ ਬੜੇ ਇਮਾਨਦਾਰੀ ਨਾਲ ਚਲੇ ਜਾਂਦੇ। ਤੇ ਇਹ ਪ੍ਰੋਸੈਸ ਕਿਵੇਂ ਰੁਕਣਾ, ਇਹ ਜਿਹੜਾ ਪ੍ਰੋਜੈਕਟ ਬਣਾਉਣ ਦਾ ਤਰੀਕਾ ਕਿਵੇਂ ਦਰੁਸਤ ਕਰਨਾ ਹੈ, ਇਹ ਕਾਫੀ ਮਹੱਤਵਪੂਰਨ ਗੱਲਾਂ ਨੇ ਜਿਹਨੂੰ ਉਹ ਲੂਪ ਹੋਲ ਪਲੱਗ ਕਰਨੇ ਪੈਣਗੇ ਕਿ ਇਹਦੇ ਚ ਉਹ ਚੀਜ਼ਾਂ ਰੱਖੀਆਂ ਨਾ ਜਾ ਸਕਣ ਕਿਸੇ ਵੀ ਰੂਪ ਦੇ ਵਿੱਚ। ਤਾਂ ਠੇਕੇਦਾਰ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਇੰਨੇ ਹਿੱਸੇ ਇੱਥੇ ਦੇਣੇ ਨੇ। ਫਿਰ ਉਹ ਆਪਦਾ ਮਟੀਰੀਅਲ ਵੀ ਮਾੜਾ ਲਾਉਂਦਾ, ਬਾਕੀ ਚੀਜ਼ਾਂ ਵੀ ਸਾਰੀਆਂ, ਉਹ ਸਾਰੇ ਕੁਆਲਿਟੀ ਵਰਕ ਤੇ ਵੀ ਅਸਰ ਪੈਂਦਾ ਜਿਹੜਾ ਲੋਕਾਂ ਨੂੰ ਅਸੀਂ ਸੁਵਿਧਾ ਦੇਣ ਦੀ ਗੱਲ ਕਰਦੇ ਹਾਂ। ਔਰ ਅਲਟੀਮੇਟ ਤਾਂ ਜਾ ਕੇ ਉਹਦੀ ਕਮਜ਼ੋਰੀ ਉੱਥੇ ਨਿਕਲਣੀ ਹੈ, ਕਿਉਂਕਿ ਉਹਨੇ ਕਿਹੜਾ ਪੱਲਿਓਂ ਦੇਣੇ ਨੇ, ਉਹਨੇ ਆਪ ਵੀ ਜ਼ਿਆਦਾ ਖਾਣੇ ਨੇ, ਉਹਦੇ ਮੁਕਾਬਲੇ ਹਿੱਸਾ ਵੀ ਵੰਡ ਦੇਣਾ। ਤੇ ਉਹ ਸਾਰਿਆਂ ਚ ਇੱਕ ਸਮੂਥ ਕੰਮ ਉਹਨਾਂ ਨੂੰ ਲੱਗਦਾ ਕਿ ਠੀਕ ਹੋ ਗਿਆ ਜੀ, ਕੰਮ ਸਾਰਾ ਕੁਝ ਠੀਕ ਠਾਕ ਹੈ। ਉਹ ਪੈਟਰਨ ਕਿਵੇਂ ਬਦਲਿਆ ਜਾਏਗਾ, ਉਹ ਸ਼ੈਡਿਊਲ ਰੇਟ ਕਿਵੇਂ ਲੋਕਾਂ ਦੀ ਨਜ਼ਰ ਦੇ ਵਿੱਚ ਆਉਣ, ਉਹ ਚੀਜ਼ਾਂ ਕਿਵੇਂ ਆਉਣ, ਇੱਕ ਟਰਾਂਸਪੇਰੈਂਟ ਤਰੀਕਾ ਕਿਵੇਂ ਹੋਵੇ। ਹਰ ਚੀਜ਼ ਲੋਕਾਂ ਦੇ, ਜਿਵੇਂ ਗਲੀਆਂ ਬਣਨੀਆਂ ਨੇ, ਸੜਕਾਂ ਬਣਨੀਆਂ ਨੇ, ਬਾਕੀ ਚੀਜ਼ਾਂ ਨੇ, ਸੂਏ ਕੱਸੀਆਂ ਤੇ ਨੇ, ਉਹ ਜਿਹੜੇ ਏਰੀਆ ਵਾਈਜ਼ ਲੋਕ ਨੇ ਉਹਨਾਂ ਦੀ ਤਸਦੀਕ ਲਈ ਜਾਵੇ ਕਿ ਆਹ ਭਾਈ ਫਾਰਮੂਲਾ ਹੈ, ਇੰਨਾ ਇੱਥੇ ਸੀਮੈਂਟ ਲੱਗਣਾ, ਇੱਥੇ ਬਾਕੀ ਚੀਜ਼ ਇੰਨੀ ਲੱਗਣੀ ਹੈ, ਇੰਨਾ ਭਰਤ ਪੈਣਾ, ਉਹਦਾ ਆਹ ਚੀਜ਼ਾਂ ਨੇ, ਤੁਸੀਂ ਦੇਖ ਕੇ ਸਾਨੂੰ ਦੱਸੋ ਕਿ ਕੀ ਹੋਇਆ, ਕਿੰਨਾ ਲੱਗਿਆ, ਕਿੰਨਾ ਨਹੀਂ ਲੱਗਿਆ, ਉਹਦੀਆਂ ਸਪੈਸੀਫਿਕੇਸ਼ਨ ਯਕੀਨ ਨੇ। ਜੇ ਇਹ ਪ੍ਰਵਾਨਗੀ ਹੇਠੋਂ ਲਈ ਜਾਵੇ ਉੱਪਰ ਦੀ ਬਜਾਏ, ਤਾਂ ਆਟੋਮੈਟਿਕਲੀ ਇੱਕ ਪ੍ਰੈਸ਼ਰ ਮੁਕਾਬਲਤਨ ਜ਼ਿਆਦਾ ਵੱਧ ਜਾਊਗਾ ਹੋਰ ਤਰੀਕੇ ਦਾ। ਸਾਡੇ ਉੱਪਰੋਂ ਕੰਟਰੋਲ ਕਰਨ ਦਾ ਤਰੀਕਾ, ਡੈਮੋਕ੍ਰੇਸੀ ਚ ਹਮੇਸ਼ਾ ਹੇਠੋਂ ਕੰਟਰੋਲ ਕਰਨ ਦਾ ਤਰੀਕਾ ਮਤਲਬ ਉਹ ਹੋਏ। ਜਿਵੇਂ ਪਿੰਡ ਚ ਗਲੀ ਬਣਦੀ ਹੈ, ਜਿਹੜਾ 20 ਘਰ ਗਲੀ ਦੇ ਵਿੱਚ ਨੇ, ਉਹ 20 ਘਰਾਂ ਤੋਂ ਵੀ ਤਾਂ ਪੁੱਛਿਆ ਜਾਣਾ ਚਾਹੀਦਾ ਗਲੀ ਠੀਕ ਬਣ ਗਈ ਕਿ ਨਹੀਂ, ਪੱਧਰੀ ਹੈ ਕਿ ਉੱਚੀ ਨੀਵੀਂ ਤਾਂ ਨਹੀਂ, ਇੱਟ ਪਿੱਲੀ ਤਾਂ ਨਹੀਂ ਲੱਗੀ, ਲੱਗਿਆ ਕੀ ਹੈ। ਇਹ ਸਾਰੀਆਂ ਚੀਜ਼ਾਂ, ਕਿਉਂਕਿ ਜਿਹਨੂੰ ਡਿਲੀਵਰੀ ਮਿਲਣੀ ਹੈ ਕਿਸੇ ਸਰਵਿਸ ਦੀ, ਸੇਵਾ ਦੀ, ਜੇ ਉਹ ਸੰਤੁਸ਼ਟ ਹੈ ਤਾਂ ਤੁਸੀਂ ਮੰਨੋਗੇ ਕਿ ਹਾਂ ਸੰਤੁਸ਼ਟੀ ਹੈ। ਨਾਲ ਉਹ ਕੋਈ ਇਹੋ ਜਿਹਾ ਤਰੀਕਾ ਵੀ ਇਵੋਲਵ ਕਰਨ ਦੀ ਲੋੜ ਹੈ, ਤਾਂ ਜਾ ਕੇ ਕਿਤੇ ਮੇਰੇ ਕੱਲੇ ਰੁਕੂਗਾ। ਇਮੀਡੀਏਟ ਆਨੈਸਟੀ ਕੇਵਲ ਉੱਪਰੋਂ ਇੰਨੀ ਠੀਕ ਹੋ ਜਾਏਗੀ, ਇੰਨੀ ਦਰੁਸਤ ਹੋ ਜਾਏਗੀ, ਉਹਦੇ ਲਈ ਕਾਫੀ ਅਜੇ ਰਾਹ ਲੰਬਾ ਹੈ। ਇੱਕ ਚਰਚਾ ਹੋਰ ਚੱਲ ਰਹੀ ਹੈ ਆਯੁਸ਼ਮਾਨ ਬੀਮਾ ਯੋਜਨਾ ਦੀ। ਕਹਿੰਦੇ ਪਿਛਲੀ ਸਰਕਾਰ ਜਿਹੜੀ ਚੰਨੀ ਸਾਹਿਬ ਦੀ ਸੀਗੀ ਉਹ ਇਹਨੂੰ ਠੱਪ ਕਰ ਗਈ ਸੀ, ਪਰ ਇਹਦਾ ਹਲੇ ਜਿਹੜਾ ਸਮਾਂ ਰਹਿੰਦਾ ਸੀ ਇਸ ਯੋਜਨਾ ਦੇ ਚੱਲਣ ਦਾ, ਉਹ ਵੀ ਇੱਕ ਆਪਣੇ ਆਪ ਚ ਕਹਿੰਦੇ ਵੱਡਾ ਘਪਲਾ ਹੋਏਗਾ ਜੇ ਨਸ਼ਰ ਹੋਇਆ ਤਾਂ। ਨਹੀਂ, ਬਹੁਤ ਚੀਜ਼ਾਂ ਨੇ ਸਾਡੇ ਕੱਲੇ ਆਯੁਸ਼ਮਾਨ ਬੀਮਾ ਯੋਜਨਾ ਦੀ, ਉਹ ਤਾਂ ਠੱਪ ਹੋ ਹੀ ਗਈ ਹੈ। ਜਿਹੜਾ ਈਵਨ ਇਹ ਵੀ ਬੰਦ ਕਰਤੀ ਸੀ ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਉਹ ਬਾਅਦ ਦੇ ਵਿੱਚ ਫਿਰ ਲਿਆਂਦੀ ਗਈ, ਇੱਕ ਅਪਰੂਵਲ ਆਈ ਹੈ, ਪਤਾ ਨਹੀਂ ਅਜੇ ਤੱਕ ਉਹ ਚਾਲੂ, ਪੈਸਾ ਕਿੱਥੋਂ ਆਏਗਾ, ਪੈਸਾ ਆਇਆ ਜਾਂ ਨਹੀਂ ਆਇਆ ਉਦੋਂ ਬਾਅਦ ਦਾ ਪਤਾ ਲੱਗੂਗਾ। ਪਰ ਇਹਨਾਂ ਨੇ ਕਿਹਾ ਕਿ ਅਸੀਂ ਆਪ ਦੇਵਾਂਗੇ, ਪੰਜਾਬ ਸਰਕਾਰ ਨੇ ਕਿਹਾ ਸੀ, ਉੱਥੋਂ ਨਹੀਂ ਦਿੰਦੇ। ਔਰ ਕਿਉਂਕਿ ਕੁਝ ਸਕੀਮਾਂ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਵੀ ਇਹੋ ਜਿਹੀਆਂ ਬਣਦੀਆਂ ਨੇ, ਜਿਵੇਂ ਉਹਨਾਂ ਨੇ 5 ਸਾਲ ਲਈ ਬਣਾਤੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, 5 ਸਾਲ ਬਾਅਦ ਉਹਨਾਂ ਨੇ ਕਰਤਾ ਵੀ ਜਿੰਨਾ ਜਿੰਨਾ ਆਇਆ ਗਿਆ, ਜਿੰਨਾ ਲੋੜ ਹੁਣ ਤੱਕ ਸੀ 5 ਸਾਲਾਂ ਦੇ ਵਿੱਚ ਸਾਹਮਣੇ ਆਈ ਹੈ, ਉਹਨਾਂ ਕੁ ਦਿੰਦੇ ਰਹਾਂਗੇ। ਜਿਹੜੀ ਵਾਧੂ ਲੋੜ ਹੈ ਉਹ ਸਾਰੀ ਦੀ ਸਾਰੀ ਸਟੇਟ ਆਪਣੇ ਕੋਲੋਂ ਪੂਰੀ ਕਰੂਗੀ, ਸਾਰੀ ਸਕੀਮਾਂ ਆਪ ਚਲਾਏਗੀ ਜਾਓ। ਔਰ ਉਹ ਜਿਹੜੀ ਸਟੇਟ ਦੇ ਕੋਲ ਜਿਹੜਾ ਪੈਸਾ ਹੈ ਉਹ ਉਹਨਾਂ ਨਹੀਂ ਹੁੰਦਾ, ਬੜੀ ਵਾਰ ਤਾਂ ਓਨੈਸਟਲੀ ਵੀ ਇਹ ਚੀਜ਼ਾਂ ਹੁੰਦੀਆਂ ਨੇ। ਪਰ ਜਦ ਰੌਲਾ ਪੈਂਦਾ ਉਦੋਂ ਬਾਅਦ ਸਟੇਟ ਕਹਿੰਦੀ ਹੈ ਕਿ ਅਸੀਂ ਖੁਦ ਬਣਾ ਲਾਂਗੇ, ਤਾਂ ਖੁਦ ਲਈ ਪੈਸਾ ਦੇ ਰਹੇ ਹੋ ਜਾਂ ਨਹੀਂ, ਜਾਂ ਤੁਸੀਂ ਪਹਿਲਾਂ ਵਾਲਾ ਹਿੱਸਾ ਹੀ ਨਹੀਂ ਦੇ ਪਾ ਰਹੇ ਹੋ ਠੀਕ ਤਰੀਕੇ ਨਾਲ, ਤਾਂ ਨਵਾਂ ਇੰਨਾ ਕਿੱਥੋਂ ਦਿਓਗੇ। ਇਹੀ ਬੀਮਾ ਸਕੀਮ ਹੈ। ਸਭ ਤੋਂ ਪਹਿਲਾਂ ਜਿਹੜੀ ਬੀਮਾ ਸਕੀਮ ਸਾਡੇ ਸ਼ੁਰੂ ਹੋਈ ਸੀ ਉਹ ਸੰਜੀਵਨੀ ਦੇ ਨਾਂ ਤੇ ਸ਼ੁਰੂ ਹੋਈ ਸੀ ਪੰਜਾਬ ਚ ਆਮ ਲੋਕਾਂ ਦੇ ਵਾਸਤੇ। ਉਦੋਂ ਬਾਅਦ ਉਹਦਾ ਨਾਮ ਬਦਲਤਾ, ਅਗਲੀ ਸਰਕਾਰ ਆਈ ਕਾਂਗਰਸ ਤੋਂ ਬਾਅਦ, ਉਹਨੇ ਭਾਈ ਕਨਈਆ ਰੱਖਤਾ ਉਹਦਾ ਨਾਮ। ਔਰ ਉਹ ਤੁਸੀਂ ਟੈਂਡਰ ਹੀ ਉਦੋਂ ਕਰਦੇ ਹੋ ਜਦੋਂ ਕਈ ਕਈ ਮਹੀਨੇ ਲੰਘ ਜਾਂਦੇ ਨੇ, ਇੱਕ ਪਾਰਟੀ ਦਾ ਟੈਂਡਰ ਖਤਮ ਹੋ ਜਾਂਦਾ, ਸਾਲ ਲਈ ਹੁੰਦਾ, ਔਰ ਉਹ ਸਾਲ ਬਾਅਦ ਬੜੇ ਦੇਰ ਤੱਕ ਲੋਕਾਂ ਨੂੰ ਉਹਦੀ ਸੁਵਿਧਾ ਨਹੀਂ ਮਿਲਦੀ ਬਾਕੀ ਚੀਜ਼ਾਂ।
इसलिए सरकारां ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਟਾਈਮਲੀ ਆਪਣੇ ਹਿੱਸੇ ਦਾ ਪੈਸਾ ਪਾਓ ਤੇ ਆਪਣੇ ਹਿੱਸੇ ਦਾ ਪੈਸਾ ਪਾ ਕੇ ਕੰਟੀਨਿਊ ਉਹ ਯੋਜਨਾਵਾਂ ਲਗਾਤਾਰ ਜਾਰੀ ਰਹਿਣ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਉਹ ਜਾਰੀ ਨਹੀਂ ਰਹਿੰਦੀਆਂ, ਬਾਕੀ ਇਹਦੇ ਚ ਘਪਲੇ ਵੈਸੇ ਵੀ ਨੇ ਇਹਨਾਂ ਸਕੀਮਾਂ ਚ ਵੀ ਨੇ ਜੇ ਜਾਰੀ ਵੀ ਰਹਿਣ ਤਾਂ, ਕਿਉਂਕਿ ਤੁਸੀਂ ਪ੍ਰਾਈਵੇਟ ਹਸਪਤਾਲ ਇੰਨੇ ਇਨਫਾਈਨਲਡ ਕੀਤੇ ਹੋਏ ਨੇ। ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤਾਂ ਤੁਹਾਨੂੰ ਕੈਸ਼ਲੈਸ ਹੈ, ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਬੰਦਾ ਜਦੋਂ ਜਾਂਦਾ ਹੈ ਉਹਨੂੰ ਪਹਿਲਾਂ ਪੇ ਕਰਨਾ ਪੈਂਦਾ ਫਿਰ ਰੀਇੰਬਰਸ ਹੁੰਦਾ, ਤਾਂ ਕਿਉਂ ਜਾਊਗਾ ਸਰਕਾਰੀ ਹਸਪਤਾਲ ਦੇ ਵਿੱਚ ਕੋਈ, ਉਹ ਪ੍ਰਾਈਵੇਟ 'ਚ ਜਾਂਦੇ ਨੇ। ਫਿਰ ਪ੍ਰਾਈਵੇਟ ਦਾ ਜਿਹੜਾ ਮੋਟਾ ਬਿੱਲ ਆਉਂਦਾ ਹੈ, ਕਿਹਾ ਜਾਂਦਾ ਕਿ ਜਿਹੜਾ ਕਾਰਡ ਹੋਲਡਰ ਆ ਉਹ ਭੱਜ ਲੈਂਦੇ ਨੇ ਕਿ ਤੂੰ ਆ ਜਾ, ਤੂੰ ਬੀਮਾ ਯੋਜਨਾ ਵਾਲਾ, ਤੇ ਉਹਦੇ ਤੇ ਜੇ 50,000 ਰੁਪਇਆ ਖਰਚ ਹੋਇਆ ਤੇ ਲੱਖ, 1.5 ਲੱਖ, 2 ਲੱਖ ਪਾ ਕੇ ਵੀ ਭੇਜਤਾ, ਕੌਣ ਪੁੱਛਣ ਵਾਲਾ? ਬੰਦਾ ਤਾਂ ਕਹਿੰਦਾ ਮੇਰਾ ਮੁਫਤ ਹੋ ਗਿਆ ਜੀ, ਮੇਰੇ ਤੋਂ ਕਿਹੜਾ ਪੈਸੇ ਲਏ ਨੇ, ਤੇ ਉਹ ਸਾਰੀਆਂ ਚੀਜ਼ਾਂ ਭੇਜਤੀਆਂ ਤੇ ਲੱਖਾਂ ਰੁਪਇਆ ਪ੍ਰਾਈਵੇਟ ਹਸਪਤਾਲ ਡਕਾਰ ਰਹੇ ਨੇ। ਇਹਦੇ ਚ ਚੇਂਜ ਇਹ ਕਰਨ ਦਾ ਸਵਾਲ ਹੈ ਬਲਕਿ ਕਿ ਸਰਕਾਰੀ ਹਸਪਤਾਲ ਦੇ ਵਿੱਚ ਡਾਇਰੈਕਟ ਕੈਸ਼ਲੈਸ ਹੋਏਗੀ ਤੇ ਪ੍ਰਾਈਵੇਟ ਹਸਪਤਾਲ ਚ ਉਦੋਂ ਜਾ ਸਕੂਗਾ ਕੋਈ ਬੰਦਾ ਜਿਹੜਾ ਇਲਾਜ ਸਰਕਾਰੀ ਹਸਪਤਾਲ ਦੇ ਵਿੱਚ ਨਹੀਂ ਹੈ ਅਵੇਲੇਬਲ, ਬਾਕੀ ਦੇ ਇਲਾਜ ਸਰਕਾਰੀ ਹਸਪਤਾਲਾਂ ਦੇ ਵਿੱਚ ਹੋਣ ਸਾਰਿਆਂ ਦੇ, ਤਾਂ ਜਾ ਕੇ ਉਹ ਜਿਹੜਾ ਬੀਮੇ ਦਾ ਉਹ ਪੈਸਾ ਵੀ ਹੈ, ਇੱਕ ਗਵਰਨਮੈਂਟ ਹਸਪਤਾਲਾਂ ਕੋਲ ਪੈਸਾ ਵੀ ਆਏਗਾ, ਉਹਨਾਂ ਚ ਬੁਨਿਆਦੀ ਢਾਂਚਾ ਵੀ ਵਿਕਸਿਤ ਹੋਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤਾਂ ਜਾ ਕੇ ਆਮ ਲੋਕਾਂ ਦਾ ਠੀਕ ਤਰੀਕੇ ਨਾਲ ਇੱਕ ਨੋਮੀਨਲ ਪੈਸੇ 'ਚ ਇਲਾਜ ਹੋ ਜਾਏਗਾ। ਉਹਦਾ ਗਵਰਨਮੈਂਟਾਂ ਤੇ ਵੀ ਘੱਟ ਡਿਮਾਂਡ 'ਚ ਪਏਗਾ, ਖਰਚਾ ਪਏਗਾ, ਤੇ ਲੋਕਾਂ ਦਾ ਇੱਕ ਜਿਹੜੇ ਪਬਲਿਕ ਸੈਕਟਰ ਦੇ ਜਾਂ ਸਰਕਾਰੀ ਖੇਤਰ ਦੇ ਸਭ ਸੇਵਾਵਾਂ ਨੇ ਉਹਦੇ 'ਚ ਕੁਆਲਿਟੀ ਵੀ ਇੰਪਰੂਵ ਹੋਏਗੀ ਮੁਕੰਮਲ ਤੌਰ ਤੇ। ਇਸ ਲਈ ਇਹ ਪਾਲਿਸੀ ਡਿਸੀਜਨ ਨੇ, ਜੇਕਰ ਕੋਈ ਉਹੀ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ ਦੇ ਉੱਤੇ ਚੱਲਦਾ ਹੈ, ਸਰਕਾਰੀ ਸਿਹਤ ਦੇ ਮਾਮਲੇ ਸਾਰੇ ਵੱਡੇ ਵੱਡੇ ਕਾਰਪੋਰੇਟ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਕਰਾਉਣ ਦਾ ਜਿਹੜਾ ਤਰੀਕਾ ਹੈ ਉਹ ਪਬਲਿਕ ਮਨੀ ਕਾਰਪੋਰੇਟ ਹਸਪਤਾਲ ਦੇ ਖਾਤੇ ਚਲੀ ਜਾਂਦੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ। ਇਹੀ ਹਾਲ ਸਾਰੇ ਮੁਲਾਜ਼ਮਾਂ ਦਾ ਮਾਮਲਾ ਹੈ, ਅਫਸਰਾਂ ਦਾ ਮਾਮਲਾ ਹੈ, ਜਿਨ੍ਹਾਂ ਨੂੰ ਸਰਕਾਰ ਬੈਨੀਫਿਟ ਦਿੰਦੀ ਹੈ ਕਿ ਤੁਹਾਡੀ ਸਿਹਤ ਦਾ ਖਿਆਲ ਅਸੀਂ ਰੱਖਾਂਗੇ, ਉਹਦੇ ਚੋਂ ਵੱਡੀ ਗਿਣਤੀ ਕਾਰਪੋਰੇਟ ਹਸਪਤਾਲਾਂ ਦੇ ਵਿੱਚ ਜਾ ਰਹੀ ਹੈ, ਤੇ ਕਾਰਪੋਰੇਟ ਹਸਪਤਾਲ ਫਿਰ ਆਟੋਮੈਟਿਕਲੀ ਹੈ ਵੀ ਉਹ ਵਧੀਆ ਜੀ, ਉੱਥੇ ਇਲਾਜ ਹੈ, ਠੀਕ ਹੋਵਾਂਗੇ, ਆਪਾਂ ਚੱਲਾਂਗੇ, ਤਾਂ ਦੂਜੇ ਹਸਪਤਾਲ ਵੀ ਮਰ ਰਹੇ ਨੇ, ਖਜ਼ਾਨਾ ਵੀ ਖਾਲੀ ਹੋ ਰਿਹਾ, ਤੇ ਸਧਾਰਨ ਬੰਦੇ ਜਿਹੜੇ ਨੇ ਉਹ ਰਹਿ ਰਹੇ ਨੇ ਉਸ ਮਾਮਲੇ। ਸੰਗਰੂਰ ਵਾਲੀ ਚੋਣ ਨੂੰ ਅਮੀਰ ਸਿੰਘ ਜੀ ਕਿਸ ਤਰ੍ਹਾਂ ਦੇਖਿਆ ਜਾਏ ਕਿ ਕੀ ਇਹ ਵੀ ਚੋਣ ਜਿਹੜੀ ਆ ਉਹ ਇੱਕ ਬਦਲਾਅ ਦੇ ਤਹਿਤ ਨਤੀਜੇ ਦੇ ਸਾਹਮਣੇ ਆਉਣਗੇ? ਬਦਲਾਅ ਉਹ ਨਹੀਂ ਜਿਹੜਾ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ 92 ਸੀਟਾਂ ਤੇ ਚਲੋ ਇਹ ਆ ਗਏ ਤੇ ਇਹ ਬਦਲਾਅ ਹੈ, ਜਿਹੜਾ ਬਦਲਾਅ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਨਜ਼ਰ ਆ ਰਿਹਾ ਹੈ, ਕੀ ਇਹ ਵਾਕਈ ਤਖਤਾ ਪਲਟ ਵਾਲੀ ਸਥਿਤੀ ਬਣੇਗੀ ਉੱਥੇ? ਨਹੀਂ, ਉਹ ਆਪਣੀ ਆਪਣੀ ਜੱਜਮੈਂਟਾਂ ਦੇ ਪਤਾ ਤਾਂ ਉਦੋਂ ਹੀ ਲੱਗੇਗਾ ਜਦ ਲੋਕ ਵੋਟ ਪਾ ਦੇਣਗੇ ਤੇ ਨਤੀਜੇ ਆਉਣਗੇ ਸਾਹਮਣੇ। ਪਰ ਇੱਕ ਪਰਸੈਪਸ਼ਨ ਗੇਮ ਹੁੰਦੀ ਹੈ ਜਿਹੜੇ ਚ ਲੋਕਾਂ ਨੂੰ ਜੱਚਦੀ ਹੈ, ਜਾਂ ਜੋ ਪ੍ਰਚਾਰ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਹੈ, ਲੋਕਾਂ ਦੀ ਇੱਕ ਧਾਰਨਾ ਬਣੀ ਹੋਈ, ਉਹ ਧਾਰਨਾ ਇਹ ਬਣੀ ਹੈ ਲੋਕਾਂ ਦੀ ਕਿ ਜਿਹੜੀ ਪੰਥਕ ਰਾਜਨੀਤੀ ਹੈ ਉਹਦੇ ਚ ਇੱਕ ਖਿਲਾਅ ਪੈਦਾ ਹੋ ਗਿਆ ਵੈਕਿਊਮ। ਉਹ ਲੋਕਾਂ ਨੇ ਵਿਧਾਨ ਸਭਾ ਵੋਟ ਦੀਆਂ ਚੋਣਾਂ ਚ ਦੇਖਿਆ, ਜਦੋਂ ਜਿਹੜਾ ਮੇਨ ਸਟ੍ਰੀਮ ਅਕਾਲੀ ਦਲ ਹੈ ਉਹ 3 ਸੀਟਾਂ ਤੇ ਸਿਮਟ ਗਿਆ ਤੇ ਉਹਨਾਂ ਦੀ ਵੋਟ ਪਰਸੈਂਟੇਜ ਵੀ ਕਾਫੀ ਹੱਦ ਤੱਕ ਘਟ ਗਈ ਹੈ, ਜਿਹੜੀ ਉਹ ਰੂਟੀਨ ਚ ਕਹਿੰਦੇ ਸੀ ਕਿ ਸਾਡੀ ਇੰਨੀ ਹੈ। ਤੇ ਇਸ ਲੈਵਲ ਤੇ ਜਦੋਂ ਵੀ ਫਿਰ ਇਹ ਮਾਮਲਾ ਆਇਆ, ਉਹਨਾਂ ਦੀ ਪਾਰਟੀ ਦੇ ਅੰਦਰ ਵੀ ਬੜੀ ਵੱਡੀ ਸੀਰੀਅਸ ਚਰਚਾ ਇਹ ਕਿ ਇੱਥੇ ਤੱਕ ਆਪਾਂ ਕਿਉਂ ਚਲੇ ਗਏ, ਕੀ ਹੈ, ਤੇ ਉਸ ਵੋਟ ਨੂੰ ਰਿਟੇਨ ਕਰਨ ਵਾਸਤੇ ਜਾਂ ਇੱਕ ਆਪਣੇ ਜਿਹੜੀ ਮਤਲਬ ਬੇਭਰੋਸਗੀ ਲੋਕਾਂ 'ਚ ਪੈਦਾ ਹੋਈ ਆ ਉਹਦੀ ਬਹਾਲੀ ਦੇ ਵਾਸਤੇ ਇਹ ਟਰਾਈ ਵੀ ਕੀਤੀ ਅਕਾਲੀ ਦਲ ਨੇ ਕਿ ਆਪਾਂ ਬੰਦੀ ਸਿੰਘਾਂ ਦੇ ਨਾਂ ਤੇ ਕਰ, ਤੇ ਉਹ ਬੰਦੀ ਸਿੰਘਾਂ ਦੇ ਨਾਂ ਤੇ ਵੀ ਗੱਲ ਬਣੀ ਨਹੀਂ, ਤੇ ਮਾਨ ਨੇ ਆਪਣਾ ਸਿਮਰਜੀਤ ਮਾਨ ਨੇ ਮਤਲਬ ਆਪਣੀ ਉਮੀਦਵਾਰੀ ਜਿਹੜੀ ਉਹ ਸਾਬਤ ਕਰਤੀ ਉੱਥੇ ਕਿ ਮੈਂ ਤਾਂ ਹੈਗਾ ਹੀ ਆ, ਬਾਕੀ ਤੁਸੀਂ ਜੋ ਕਰਨਾ। ਤੇ ਉਹਨੇ ਜਿਹੜੇ ਸਵਾਲ ਰੱਖੇ ਉਹਨਾਂ ਦੇ ਸਾਹਮਣੇ ਕਿ ਤੁਸੀਂ ਆਪੋ ਆਪਣੇ ਅਹੁਦੇ ਛੱਡ ਦਿਓ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇ, ਜਥੇਦਾਰ ਅਕਾਲ ਤਖਤ ਛੱਡ ਦੇ, ਦਮਦਮੀ ਟਕਸਾਲ ਦਾ ਚੀਫ ਛੱਡ ਦੇ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਛੱਡ ਦੇ, ਬੰਦੀ ਸਿੰਘਾਂ ਚੋਂ ਲੈ ਕੇ ਆਓ ਬੰਦੇ ਉੱਤੇ। ਇਹ ਦਲੀਲ ਜਿਹੜੀ ਇੱਕ ਦਿੱਤੀ ਗਈ, ਉਹਦੇ ਚੋਂ ਇਹ ਲੱਗਦਾ ਕਿ ਕਾਫੀ ਵੱਡਾ ਹਿੱਸਾ ਪੰਥਕ ਜਿਹੜੀ ਵੋਟ ਬੈਂਕ ਹੈ ਉਹ ਉਧਰ ਝੁਕਦਾ ਨਜ਼ਰ ਆ ਰਿਹਾ। ਜੇ ਸੰਗਰੂਰ ਦਾ ਪ੍ਰੋਫਾਈਲ ਦੇਖੋ, ਉਹ ਹੈ ਲਗਭਗ 69% ਜਿਹੜੀ ਸਿੱਖ ਵੋਟ ਹੈ ਸੰਗਰੂਰ ਪਾਰਲੀਮੈਂਟ ਹਲਕੇ 'ਚ, 8% ਮੁਸਲਿਮ ਵੋਟ ਹੈ ਤੇ 23% ਹਿੰਦੂ ਵੋਟ ਹੈ ਜਿਹੜੀ ਉਹਦੇ ਤੇ। ਇਸ ਲਈ ਮੁਸਲਿਮ ਵੋਟ ਦਾ ਨਾਰਮਲੀ ਟ੍ਰੈਂਡ ਸਿਮਰਜੀਤ ਸਿੰਘ ਮਾਨ ਵੱਲ ਰਹਿੰਦਾ ਹਮੇਸ਼ਾ ਹੀ, ਕਿਉਂਕਿ ਉਹ ਬੋਲਦੇ ਰਹਿੰਦੇ ਨੇ। ਬਾਕੀ ਦਾ ਅਕਾਲੀ ਦਲ ਜਾਂ ਘੱਟ ਗਿਣਤੀ ਆ ਜਿਹੜਾ ਦੇਸ਼ ਦੇ ਵਿੱਚ ਵੀ ਮੁਸਲਮਾਨਾਂ ਦੇ ਖਿਲਾਫ ਜੋ ਮਾਹੌਲ ਬਣਾਇਆ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਜਾਂ ਵੱਖ-ਵੱਖ ਮਾਮਲਿਆਂ ਦੇ ਵਿੱਚ, ਚਾਹੇ ਉਹ ਬਾਬਰੀ ਮਸਜਿਦ ਤੋਂ ਲੈ ਕੇ ਅੱਜ ਤੱਕ, ਬਾਕੀ ਦੀਆਂ ਧਿਰਾਂ ਜਿਹੜੀਆਂ ਅਕਾਲੀ ਦਲ ਦੀਆਂ ਉਹ ਬੀਜੇਪੀ ਨਾਲ ਅਲਾਈ ਹੋ ਗਈਆਂ ਸੀ, ਇਸ ਕਰਕੇ ਬੋਲੀਆਂ ਨਹੀਂ। ਇਸ ਕਰਕੇ ਮੁਸਲਿਮ ਜਿਹਨੂੰ ਇਹ ਲੱਗਦਾ ਕਿ ਸਿਮਰਜੀਤ ਮਾਨ ਠੀਕ ਆਦਮੀ ਹੈ ਜਿਹੜਾ ਘੱਟੋ ਘੱਟ ਹਾਂ ਦਾ ਨਾਰਾ ਮਾਰਦਾ, ਬੋਲਦਾ ਉਸ ਮਾਮਲੇ
ਹੁਣ 8% ਚੋਂ ਮੈਜੋਰਿਟੀ ਵੋਟ ਜਿਹੜੀ ਮੰਨਿਆ ਜਾ ਰਿਹਾ ਕਿੰਨੀ ਪੋਲ ਹੁੰਦੀ ਹੈ, ਫਿਰ ਕਿੰਨਾ ਹਿੱਸਾ ਸਿਮਰਜੀਤ ਮਾਨ ਨੂੰ ਪੈਂਦਾ, ਇਹ ਕਾਫੀ ਵੱਡੀ ਗੱਲ ਬਣ ਜਾਂਦੀ ਹੈ ਜੇਕਰ ਇੱਕ ਧਿਰ ਪੂਰੀ ਦੀ ਪੂਰੀ ਜਾਂ ਕਾਫੀ ਵੱਡਾ ਹਿੱਸਾ ਤੁਹਾਨੂੰ ਪੈਂਦਾ। ਦੂਜੀ ਗੱਲ, ਕਿਉਂਕਿ ਸ਼ਹਿਰੀ ਵੋਟ ਉੱਥੇ ਹਿੰਦੂ ਵੋਟ ਘੱਟ ਹੈ, 69% 70% ਸਿੱਖ ਵੋਟ ਵੀ ਹੈ, ਤੇ ਉਹ ਵੀ ਸੈਂਟੀਮੈਂਟ ਇੱਕ ਆਪਾਂ ਦੇਖਿਆ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਅਮਰਗੜ੍ਹ ਤੇ ਨਿਹਾਲ ਸਿੰਘ ਵਾਲਾ ਸਿਮਰਜੀਤ ਸਿੰਘ ਮਾਨ ਨੂੰ ਵੋਟ ਬਹੁਤ ਘੱਟ ਪੈਂਦੀ ਹੈ, ਨਾਰਮਲੀ ਜ਼ਮਾਨਤ ਜ਼ਬਤ ਹੁੰਦੀ ਰਹੀ ਹੈ, ਪਰ ਐਤਕੀ ਵੋਟਾਂ ਪਈਆਂ ਸੀਗੀਆਂ ਉਹਨਾਂ ਨੂੰ ਉਸ ਸੈਂਟੀਮੈਂਟ ਦੇ ਨਾਲ। ਹੁਣ ਇੱਥੋਂ ਵੋਟਾਂ ਇਸੇ ਲਈ ਪਰਸੈਪਸ਼ਨ ਇਹ ਬਣੀ ਹੋਈ ਹੈ ਕਿ ਲੜਾਈ ਜੀ, ਔਰ ਆਪ ਵੀ ਸਮਝਦੇ ਨੇ ਪੋਲੀਟੀਕਲ ਜਿਹੜੇ ਵਿਸ਼ਲੇਸ਼ਕ ਕਿ ਲੜਾਈ ਆਮ ਆਦਮੀ ਪਾਰਟੀ ਤੇ ਸਿਮਰਜੀਤ ਮਾਨ ਦੇ ਗਰੁੱਪ 'ਚ ਦਿਖਾਈ ਦੇ ਰਹੀ, ਹਾਲਾਂਕਿ ਬਾਕੀਆਂ 'ਚ ਵੀ ਹੋਏਗੀ, ਕੋਈ ਅੱਗੇ ਕੌਣ ਆਉਂਦਾ ਪਿੱਛੇ ਕੌਣ ਆਉਂਦਾ। ਹੁਣ ਉਹਦੇ 'ਚ ਇੱਕੋ ਗੱਲ ਹੈ ਕਿ ਉਹ ਕੀ ਕੰਪੀਟੀਸ਼ਨ ਇਸ ਹੱਦ ਤੱਕ ਚਲਾ ਜਾਏਗਾ ਕਿ ਮਾਨ ਜਿਹੜੀ ਜਿੱਤ ਵੀ ਸਕਦੇ ਨੇ, ਪਰ ਜੇ ਸਿਮਰਜੀਤ ਮਾਨ ਦੂਜੇ ਨੰਬਰ ਤੇ ਵੀ ਆਉਂਦੇ ਨੇ ਤਾਂ ਵੀ ਉਹਨਾਂ ਦੀ ਕ੍ਰੈਡੀਬਿਲਿਟੀ ਇੱਕ ਲੈਵਲ ਦੀ ਦੁਬਾਰਾ ਜਿਹੜੀ ਸਿਆਸਤ ਦੇ ਵਿੱਚ ਇੱਕ ਪੈਰ ਜਮਾਉਣ ਦਾ ਮੌਕਾ ਜਿਹੜਾ ਉਹ ਮਿਲਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹਾਂ, ਆਮ ਆਦਮੀ ਪਾਰਟੀ ਦੇ ਉੱਤੇ ਵੀ ਇੱਕ ਸਵਾਲ ਉੱਠਦਾ ਹੈ ਜ਼ਰੂਰ ਕਿ ਜਿਸ ਪੱਧਰ ਦੇ ਉੱਤੇ ਲੋਕਾਂ ਨੇ ਲਹਿਰ ਦੇ ਤੌਰ ਤੇ ਵੋਟਾਂ ਪਾਈਆਂ, 92 ਸੀਟਾਂ ਦਿੱਤੀਆਂ ਸੀ, ਤਾਂ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਇੰਨਾ ਜ਼ੋਰ ਲਾਉਣਾ ਪਿਆ ਇੱਕ ਹਲਕੇ ਦੇ ਵਿੱਚ ਕਿ ਲੋਕਾਂ ਦੇ ਵਿੱਚ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ। ਇਟ ਮੀਨਸ ਜਿਹੜੀ ਕਾਰਗੁਜ਼ਾਰੀ ਸਹੀ ਹੱਥਾਂ 'ਚ ਹੈ, ਉਹ ਕਾਰਗੁਜ਼ਾਰੀ ਤੋਂ ਲੋਕ ਸੰਤੁਸ਼ਟ ਨਹੀਂ। ਸੰਤੁਸ਼ਟੀ ਦੀ ਵੱਡੀ ਗੱਲ ਮੈਨੂੰ ਇਹ ਨਜ਼ਰ ਆਉਂਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਇੱਕ ਗੱਲ ਘਰ ਘਰ ਗਈ ਕਿ ਪੰਜਾਬ ਦੀ ਸਰਕਾਰ ਨੂੰ ਅਜੇ ਵੀ ਦਿੱਲੀ ਤੋਂ ਰਿਮੋਟ ਕੰਟਰੋਲ ਰਾਹੀਂ ਚਲਾਇਆ ਜਾ ਰਿਹਾ। ਇਹ ਪੰਜਾਬੀ ਬਰਦਾਸ਼ਤ ਨਹੀਂ ਕਰਦੇ ਨਾਰਮਲ ਹਾਲਾਤ। ਦੂਜੀ ਗੱਲ ਇਹ ਹੈ ਕਿ ਤੁਸੀਂ ਕਰਪਸ਼ਨ ਦੇ ਮਾਮਲੇ 'ਚ 2-3 ਬੰਦੇ ਫੜਦੇ ਹੋ, ਕੀ ਕਰਪਸ਼ਨ ਹੀ ਇੱਕੋ ਇੱਕ ਮੁੱਦੇ ਨਾਲ ਸਰਕਾਰ ਚੱਲ ਕੇ ਸਭ ਕੁਝ ਠੀਕ ਹੋ ਜਾਂਦਾ ਹੈ, ਜਾਂ ਲੋਕਾਂ ਦੇ ਜਿਹੜੇ ਬਾਕੀ ਦੇ ਵੱਡੇ ਮਸਲੇ ਨੇ, ਚਾਹੇ ਉਹ ਰੁਜ਼ਗਾਰ ਦਾ ਮਸਲਾ ਹੈ, ਉਹ ਖੇਤੀ ਦੇ ਘਾਟੇ ਦਾ ਮਸਲਾ ਹੈ, ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਦਾ ਦੌਰ ਚੱਲ ਰਿਹਾ ਹੈ, ਨਸ਼ੇ ਦੇ ਓਵਰਡੋਜ਼ ਨਾਲ ਅੱਜ ਵੀ ਬੱਚੇ ਮਰ ਰਹੇ ਨੇ, ਸਾਡੇ ਸਾਹਮਣੇ ਹੈ। ਮਤਲਬ ਇਹ ਬਹੁਤ ਸੀਰੀਅਸ ਤੇ ਗੰਭੀਰ ਸਾਡੇ ਸਾਹਮਣੇ ਸਮੱਸਿਆਵਾਂ ਹੈਗੀਆਂ ਨੇ, ਉਹਨਾਂ ਨੂੰ ਵੀ ਡੀਲ ਕਰਨਾ ਪਏਗਾ। ਵਾਤਾਵਰਨ ਦਾ ਕੁਐਸਚਨ ਕਿੰਨਾ ਸੀਰੀਅਸ ਹੈ, ਪਾਣੀ ਮੁੱਕਣ ਜਾ ਰਿਹਾ, ਕਈ ਚੀਜ਼ਾਂ ਨੇ, ਉਹ ਕਾਰਗੁਜ਼ਾਰੀ ਦੀ ਵੀ ਮਤਲਬ ਉਹ ਵੀ ਲੋਕ ਦੇਖਦੇ ਨੇ ਕਿ ਕਿੰਨੀ ਵੱਡੀ ਕਾਰਗੁਜ਼ਾਰੀ ਹੈ, ਜਾਂ ਜਿਹੜੇ ਮਾਮਲਿਆਂ ਤੇ ਤੁਸੀਂ ਸਟੈਂਡ ਲੈਣਾ ਹੈ, ਜਿੰਨੇ ਵੱਡੇ ਮਾਮਲੇ ਆਏ। ਪੰਜਾਬ ਯੂਨੀਵਰਸਿਟੀ ਤੇ ਹੁਣ ਬੜੀ ਲੇਟ ਜਾ ਕੇ ਇੱਕ ਚਿੱਠੀ ਲਿਖੀ ਹੈ, ਜਦੋਂ ਬਹੁਤ ਰੌਲਾ ਵੱਧ ਗਿਆ, ਅਜੇ ਤੱਕ ਤੁਸੀਂ ਗੱਲ ਨਹੀਂ ਕੀਤੀ। BSF ਵਾਲੇ 50 ਕਿਲੋਮੀਟਰ ਦਾ ਦਾਇਰਾ, ਚੰਡੀਗੜ੍ਹ ਦੇ ਵਿੱਚ ਕੇਂਦਰੀ ਰੂਲ ਲਾਗੂ ਹੋਣਾ, ਜਿਹੜੇ ਫੈਡਰਲਿਜ਼ਮ ਦੇ ਕੁਐਸਚਨ ਨੇ, ਕੇਂਦਰ ਨਾਲ ਸੰਬੰਧਾਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ, ਇਹਤੇ ਵੀ ਸਟੈਂਡ ਲੈਣ ਦੀ ਲੋੜ ਪੈਂਦੀ ਹੈ, ਕਿਉਂਕਿ ਪੰਜਾਬੀ ਦਾ ਮਾਈਂਡ ਸੈਟ ਇੱਕ ਉਸ ਲੈਵਲ ਦੇ ਉੱਤੇ ਹੈ। ਜਦੋਂ ਦੇਸ਼ ਪੱਧਰ ਦੇ ਉੱਤੇ ਕਿੰਨੀਆਂ ਖੇਤਰੀ ਪਾਰਟੀਆਂ ਇਹ ਕੋਸ਼ਿਸ਼ ਕਰ ਰਹੀਆਂ ਹੋਣ ਕਿ ਆਪਾਂ ਫੈਡਰਲਿਜ਼ਮ ਦਾ ਮੁੱਦਾ ਕਿਤੇ ਉਭਾਰਨਾ ਤੇ ਪੰਜਾਬ ਤੋਂ ਆਵਾਜ਼ ਨਾ ਉੱਠੇ, ਇਹਦਾ ਵੀ ਅਸਰ ਮੇਰੇ ਖਿਆਲ ਹੈ ਜ਼ਰੂਰ ਇਹਨਾਂ ਚੀਜ਼ਾਂ ਤੇ ਪਏਗਾ। ਔਰ ਨਾਲ ਦੀ ਨਾਲ ਜਿਹੜਾ ਮਿਲਣਾ ਗਿਲਣਾ ਜਾਂ ਬਾਕੀ ਦੇ ਸੁਭਾਅ ਜਾਂ ਮੀਡੀਆ ਕੰਟਰੋਲ ਦੀ ਕੋਸ਼ਿਸ਼ ਨਾਲ ਸਰਕਾਰਾਂ ਚਲਾਉਣ ਦੀ ਕੱਲਾ ਉਹਨਾਂ ਤਰੀਕੇ ਨਾਲ ਨਹੀਂ ਇਹ ਗੱਲਾਂ ਚੱਲਣੀਆਂ। ਔਰ ਲੋਕਾਂ ਦੇ ਬਹੁਤ ਜ਼ਿਆਦਾ ਉਮੀਦਾਂ ਸੀ, ਉਹ ਜਿੰਨੀ ਜ਼ਿਆਦਾ ਉਮੀਦ ਪੈਦਾ ਹੋ ਜਾਂਦੀ ਹੈ ਉਨੀ ਫਰਸਟ੍ਰੇਸ਼ਨ ਵੀ ਆਉਂਦੀ ਹੈ ਉਹ ਸਾਰੇ ਮਾਮਲੇ 'ਚ। ਪਰ ਉਹ ਦੇਖਣਾ ਹੋਏਗਾ ਕਿ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗੇਗਾ ਅਸਲ ਦੇ ਵਿੱਚ ਕਿ ਕਿੰਨੇ ਲੋਕਾਂ ਨੇ ਕਿੰਨਾ ਕੁ ਮਾਰਜਨ ਘਟਿਆ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ। ਜੇ ਬਿਲਕੁਲ ਉਲਟ ਫੇਰ ਹੋ ਜਾਂਦਾ, ਕੋਈ ਹੋਰ ਜਿੱਤਦਾ, ਫਿਰ ਤਾਂ ਬਿਲਕੁਲ ਹੀ ਗੱਲ ਉਲਟੀ ਹੋਰ ਤਰੀਕੇ ਦੀ ਬਣਦੀ ਹੈ। ਬੜੇ ਵੱਡੇ ਸਵਾਲ ਉਹਦੇ 'ਚ ਪੈਦਾ ਹੋ ਸਕਦੇ ਨੇ, ਪਰ ਮੈਨੂੰ ਲੱਗਦਾ ਨਹੀਂ ਹੈ ਕਿ ਅਜੇ ਉਸ ਲੈਵਲ ਦੀ ਗੱਲ ਹੈ। ਕਿ ਮੈਨੂੰ ਲੱਗਦਾ ਮੁਕਾਬਲੇ 'ਚ ਹੈ ਚੀਜ਼, ਤੇ ਨਤੀਜਿਆਂ ਤੋਂ ਬਾਅਦ ਹੀ ਅਗਲਾ ਵਿਸ਼ਲੇਸ਼ਣ ਕੀਤਾ ਜਾ ਸਕਦਾ, ਕਿਉਂਕਿ ਹਜੇ ਹਾਈਪੋਥੈਟੀਕਲੀ ਕਾਲਪਨਿਕ ਵਿਸ਼ਲੇਸ਼ਣ ਹੋਏਗਾ। ਜੀ ਹਮੀਰ ਸਿੰਘ ਜੀ, ਆਖਰੀ ਸਵਾਲ ਜਿਹੜਾ ਆ, ਬੜੀ ਹੈਰਾਨਗੀ ਹੁੰਦੀ ਹੈ ਇਸ ਨੂੰ ਲੈ ਕੇ ਕਿ ਲੋਕ ਆਪਣੇ ਨੁਮਾਇੰਦਿਆਂ ਨੂੰ ਚੁਣਦੇ ਨੇ, ਪਾਰਟੀ ਨੂੰ ਚੁਣਦੇ ਨੇ ਕਿ ਇਹਨੂੰ ਅਸੀਂ ਅੱਗੇ ਕੀਤਾ। ਮਹਾਰਾਸ਼ਟਰ ਦੇ ਸਿਆਸੀ ਘਮਾਸਾਨ ਨੂੰ ਦੇਖ ਲਓ, ਇਹਨੂੰ ਦੇਖ ਕੇ ਏਦਾਂ ਲੱਗਦਾ ਕਿ ਇਹ ਲੋਕ ਜਿਹੜੇ ਸੂਹਾਂ ਚੁੱਕਦੇ ਨੇ ਆਪਣੇ ਕਿਸੇ ਅਹੁਦੇ ਦੇ ਉੱਤੇ, MLA ਬਣਨ ਲਈ ਜਾਂ ਮੰਤਰੀ ਬਣਨ ਲਈ, ਇਹ ਰਾਤੋਂ ਰਾਤ ਇੱਧਰ ਉੱਧਰ ਪਲਟੇ ਖਾ ਜਾਂਦੇ ਨੇ। ਕਿੰਨੇ ਕਰੋੜ 'ਚ ਵਿਕਦੇ ਨੇ, ਇਹ ਵੀ ਸਵਾਲ ਬੜੇ ਵੱਡੇ ਉੱਠਦੇ ਨੇ ਕਿ ਕੋਈ ਏਦਾਂ ਤਾਂ ਧੱਕੇਸ਼ਾਹੀ ਨਹੀਂ ਕਰਦਾ, ਕੋਈ ਨਾ ਕੋਈ ਗੱਲ ਤਾਂ ਜ਼ਰੂਰ ਅੰਦਰ ਹੁੰਦੀ ਹੈ। MLAs ਨੂੰ ਹੋਟਲਾਂ ਦੇ ਵਿੱਚ ਜਾ ਕੇ ਠਹਿਰਾਉਣਾ, ਕਾਂਗਰਸ ਵੀ ਇਹ ਕੁਝ ਕਰਦੀ ਰਹੀ ਹੈ। ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਆਉਣ ਵਾਲੇ ਟਾਈਮ 'ਚ ਇਹੋ ਜਿਹਾ ਕੁਝ ਕਰਨਾ ਪੈ ਜਾਏ, ਕਿਉਂਕਿ ਪੰਜਾਬ ਦੇ ਵਿੱਚ ਵੀ ਇਹ ਕਹਿੰਦੇ ਭਾਜਪਾ ਦੇ ਨਾਲ ਬਣਦੀ ਨਹੀਂ ਉਸ ਢੰਗ ਦੇ ਨਾਲ। ਤੇ ਜੇ ਪੰਜਾਬ ਦੇ ਵਿੱਚ ਵੀ ਭਾਜਪਾ ਨੇ ਕੋਈ ਇਹੋ ਜਿਹਾ ਸਿੱਕਾ ਚਲਾਤਾ, ਹਾਲਾਂਕਿ ਮਹਾਰਾਸ਼ਟਰ 'ਚ ਉਹ ਕਹਿ ਰਹੇ ਨੇ ਕਿ ਅਸੀਂ ਕੁਝ ਨਹੀਂ ਕੀਤਾ, ਪਰ ਪਿਛਲੇ ਸਮੇਂ ਦੀਆਂ ਜਿਹੜੀਆਂ ਗੱਲਾਂ ਉਹ ਦੱਸਦੀਆਂ ਨੇ, ਇਸ਼ਾਰਾ ਕਰਦੀਆਂ ਕਿ ਕੌਣ ਕੀ ਕਰ ਰਿਹਾ ਪਿੱਛੇ। ਨਹੀਂ, ਬਿਲਕੁਲ ਉਹ ਤਾਂ ਉੱਪਰੋਂ ਇਸ਼ਾਰੇ ਤੋਂ ਬਿਨਾਂ, ਜੋ ਉੱਪਰੋਂ ਨਹੀਂ, ਜਿਹੋ ਜਿਹੀ ਸਰਕਾਰਾਂ ਹੁੰਦੀਆਂ ਨੇ, ਸਰਕਾਰਾਂ ਪਹਿਲਾਂ ਵੀ ਤੋੜਦੀਆਂ ਰਹੀਆਂ ਨੇ ਜਿਹੜੀਆਂ ਵਿਰੋਧੀ ਧਿਰ ਨੂੰ ਹਜਮ ਕਰਨਾ। ਸਾਡੇ ਡੈਮੋਕ੍ਰੇਸੀ ਦਾ ਉਹ ਮਾਡਲ ਨਹੀਂ ਅਜੇ ਵਿਕਸਿਤ ਹੋਇਆ, ਨਾ ਸਾਡੇ ਉਹ ਨੈਤਿਕਤਾ ਅਜੇ ਇਖਲਾਕ ਵਿਕਸਿਤ ਹੋਇਆ ਆਗੂਆਂ 'ਚ,
बल्कि अखलाक तो उल्टे पासे चल रहे हैं। और कर्नाटक की सरकार जिस तरीके बीजेपी ने तोड़ के अपनी सरकार बनाई, मध्य प्रदेश की सरकार जिस तरीके खरीदो फरोख्त करके बनाई, अरुणाचल की सरकार जिस तरीके बनाई, किन्नियां सरकारां ने जिहड़ियां तोड़ तोड़ के बनाईयां ने। और तोड़ टुटदी एवें थोड़ी है, कोई टुट जाती है सरकार। ਇਹ ਕਿਉਂਕਿ ਪੋਲਿਟਿਕਸ ਪਾਵਰ ਦੀ ਇਕੱਲੀ ਗੇਮ ਹੋ ਗਈ ਹੈ ਹੁਣ। ਜਿਹੜੇ اخلاق ਨੇ ਜਾਂ ਜਿਹੜਾ ਵੈਲਿਊ ਸਿਸਟਮ ਜਾਂ ਜਿਹੜਾ ਵਿਚਾਰਧਾਰਾ ਦਾ ਵਖਰੇਵਾਂ ਜਾਂ ਜਿਹੜੇ ਇੱਕ ਇਸ ਲਈ ਹੁੰਦਾ ਸੀ ਕਿ ਅਸੀਂ ਇਹੋ ਜਿਹਾ ਸਮਾਜ ਬਣਾਉਣ ਲਈ ਚੱਲੇ ਹਾਂ ਸਿਆਸਤ ਦੇ ਵਿੱਚ, ਉਹ ਤਾਂ ਖਤਮ ਹੈ। ਹੁਣ ਤਾਂ ਕੇਵਲ ਸੱਤਾ ਲੈਣ ਲਈ ਹੈ। ਤੇ ਸੱਤਾ ਦੇ ਵਿੱਚ ਦੋ ਤਰੀਕੇ ਨੇ ਹੁਣ। ਜਿਹੜੀ ਧਿਰ ਸੱਤਾ ਚ ਹੈ ਕੇਂਦਰ ਸਰਕਾਰ ਦੇ ਵਿੱਚ, ਉਹਦੇ ਕੋਲ ਈਡੀ ਹੈ, ਸੀਬੀਆਈ ਹੈ, ਡਰਾ ਕੇ ਵੀ ਤੁਸੀਂ ਆਪਣੇ ਨਾਲ ਲਿਆਉਂਦੇ ਹੋ। ਕਿਉਂਕਿ ਤੁਹਾਡੀ ਧਿਰ ਚ ਜਿਹੜਾ ਬੰਦਾ ਚਲਾ ਜਾਂਦਾ ਉਹ ਪਾਕ ਪਵਿੱਤਰ ਹੋ ਜਾਂਦਾ, ਉਹਦੇ ਤੇ ਈਡੀ ਵੀ ਨਹੀਂ ਆਉਂਦੀ, ਉਹਦੇ ਤੇ ਸੀਬੀਆਈ ਵੀ ਨਹੀਂ ਆਉਂਦੀ, ਉਹਦੇ ਤੇ ਕੋਈ ਜਾਂਚ ਹੋਰ ਕਿਸਮ ਦੀ ਵੀ ਨਹੀਂ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ। ਜਿਹੜਾ ਵਿਰੋਧੀ ਧਿਰ ਚ ਹੈ ਉਹ ਸਾਰਿਆਂ ਤੇ ਕੋਈ ਨਾ ਕੋਈ ਛਾਪਾ ਕਿਸੇ ਨਾ ਕਿਸੇ ਰੂਪ ਚ ਹਰ ਸਟੇਟ ਦੇ ਵਿੱਚ ਪੈ ਰਿਹਾ, ਔਰ ਉਹ ਇੱਕ ਪ੍ਰੈਸ਼ਰ ਹੈ। ਦੂਜਾ ਫਿਰ ਨਾਲ ਦੀ ਨਾਲ ਇਹ ਵੀ ਇੱਕ ਪਾਸੇ ਪ੍ਰੈਸ਼ਰ ਹੈ, ਜੇ ਇਹਦੇ ਚੋਂ ਨਿਕਲਣਾ ਦੂਜੇ ਪਾਸੇ ਆ ਪੈਸੇ ਨੇ ਇੰਨੇ, ਤੀਜੇ ਪਾਸੇ ਨਾਲ ਇਹ ਪਾਵਰ ਵੀ ਹੈ, ਜੇ ਸਾਡੇ ਚਾਹੋਗੇ ਤੁਹਾਨੂੰ ਆ ਵੀ ਦੇ ਦਾਂਗੇ, ਤਾਂ ਲੋਕ ਉਧਰ ਜਾਂਦੇ ਨੇ। ਵਿਕਾਊ ਇਹ ਹੈਗੇ ਨੇ, ਐਡੀ ਤਮੰਨਾ ਵਾਲਾ ਬੰਦਾ ਨਹੀਂ ਮੈਨੂੰ ਜੇਲ੍ਹ ਭੇਜਣਾ, ਜੇਲ੍ਹ ਭੇਜ ਦੋ ਮੈਂ ਜੇਲ੍ਹ ਬੈਠਾ ਰਹੂੰਗਾ। ਇਸ ਲੈਵਲ ਦੇ ਸਿਆਸਤਦਾਨ ਤਾਂ ਅਸੀਂ ਹਜੇ ਬਣਾ ਹੀ ਨਹੀਂ ਰਹੇ ਹੁਣ, ਕਿ ਮੈਂ ਝੁਕਦਾ ਨਹੀਂ ਆ, ਜੋ ਮਰਜ਼ੀ ਤੁਸੀਂ ਕਰਨਾ ਕਰ ਲਓ, ਮੈਂ ਤਾਂ ਇਸੇ ਲੈਵਲ ਤੇ ਚੱਲੂੰਗਾ ਤੇ ਮੈਨੂੰ ਉਸ ਪਾਸੇ ਵੱਲ ਤੁਸੀਂ ਖਿੱਚ ਕੇ ਨਹੀਂ ਲਿਜਾ ਸਕਦੇ। ਤੇ ਪਰ ਉਹ ਜਾਂਦੇ ਨੇ, ਫਿਰ ਕੋਈ ਨਾ ਕੋਈ ਬਹਾਨਾ ਬਣਾਉਣਾ ਹੀ ਪੈਂਦਾ ਪਾਰਟੀ ਦੇ ਅੰਦਰੋਂ ਜਾਂ ਬਾਹਰੋਂ। ਹਾਲਾਂਕਿ ਉਹ ਦਲ ਬਦਲੀ ਵਿਰੋਧੀ ਕਾਨੂੰਨ ਬਣਾਇਆ ਸੀ, ਉਹ ਇਰਰੈਲੇਵੈਂਟ ਹੋ ਚੁੱਕਿਆ, ਬਲਕਿ ਉਹਨੂੰ ਹੁਣੇ ਭੰਗ ਕਰ ਦੇਣਾ ਚਾਹੀਦਾ। ਉਹਦਾ ਮਤਲਬ ਇਹ ਹੈ ਕਿ ਉਹਨੇ ਪਾਰਟੀਆਂ ਦੀ ਅੰਦਰੂਨੀ ਜਮਹੂਰੀਅਤ ਖਤਮ ਕਰਤੀ। ਅੰਦਰ ਤਾਂ ਉਹ ਆਵਾਜ਼ ਉਠਾ ਨਹੀਂ ਸਕਦਾ, ਵਿਪ ਜਾਰੀ ਹੋ ਜਾਂਦਾ, ਨਾ ਉਹ ਤੁਹਾਡੇ ਖਿਲਾਫ ਵੋਟ ਕਰ ਸਕਦਾ, ਨਾ ਕੁਝ ਹੋਰ ਹੈ। ਫਿਰ ਉਹ ਵੱਡਾ ਰਿਵੋਲਟ ਹੁੰਦਾ, ਵੱਡਾ ਜਦੋਂ ਅੰਦਰੋਂ ਸੇਫਟੀ ਵਾਲਵ ਨਹੀਂ ਬਚਦਾ ਆਪਣੀ ਗੱਲ ਕਹਿਣ ਦਾ ਤੇ ਆਪਣੇ ਤਰੀਕੇ ਦੇ ਨਾਲ ਸਿਆਸਤ ਕਰਨ ਦਾ, ਜਿਹੜਾ ਇੱਕ ਮਾਹੌਲ ਖਤਮ ਕਰ ਦਿੰਦੇ ਹੋ, ਤਾਂ ਫਿਰ ਉਹ ਸੇਫਟੀ ਵਾਲਵ ਨਹੀਂ ਹੁੰਦਾ ਤਾਂ ਧਮਾਕਾ ਪੈਂਦਾ। ਤੇ ਹੁਣ ਉਹ ਧਮਾਕੇ ਨਾਲ ਵਿਸਫੋਟਕ ਸਥਿਤੀ ਨਾਲ ਪਾਰਟੀਆਂ ਟੁੱਟ ਰਹੀਆਂ ਨੇ, ਸਾਡੇ ਸਾਹਮਣੇ ਹੈ। ਜਿੰਨਾ ਚਿਰ ਜਮਹੂਰੀਅਤ ਬਹਾਲ ਨਹੀਂ ਹੋਏਗੀ ਪਾਰਟੀਆਂ ਦੇ ਅੰਦਰ ਇੰਟਰੈਕਸ਼ਨ ਹੋ ਕੇ ਬੰਦੇ ਨੂੰ ਇਹ ਨਹੀਂ ਰਹੂਗਾ ਕਿ ਮੈਂ ਆਪਦੇ ਪਾਰਟੀ ਪ੍ਰਧਾਨ ਤੋਂ ਲੈ ਕੇ ਵੱਡੇ ਤੋਂ ਵੱਡੇ ਆਗੂ ਨਾਲ ਮਤਲਬ ਆਰਗੂਮੈਂਟ ਕਰ ਸਕਦਾ, ਦਲੀਲਬਾਜ਼ੀ ਕਰ ਸਕਦਾ, ਉਹਨਾਂ ਚਿਰ ਸਿਆਸਤ ਧਰਾਤਲ ਤੇ ਮਜ਼ਬੂਤ ਨਹੀਂ ਹੋ ਸਕਦੀ ਕਿਸੇ ਵੀ ਰੂਪ ਦੇ ਵਿੱਚ। ਹਾਂ, ਇਹ ਜਿਹੜਾ ਵਿਕਾਊਪਨ ਜਿਹੜਾ ਮੰਡੀ ਦਾ ਤਰੀਕੇ ਨਾਲ ਚੱਲ ਰਿਹਾ, ਉਹ ਅਸੀਂ ਇੰਡੀਵਿਜੂਅਲ ਤੋਂ ਅਖਲਾਕ ਦੀ ਮੰਗ ਕਰਨੀ ਵਾਜਬ ਹੈ, ਇੱਕ ਇੰਡੀਵਿਜੂਅਲ ਨਿੱਜੀ ਤੋਂ ਵੀ। ਪਰ ਸਮੂਹਿਕ ਜਿਹੜੀਆਂ ਪਾਰਟੀਆਂ ਨੇ, ਜਿਹੜੀਆਂ ਸਰਕਾਰਾਂ ਨੇ, ਜਦੋਂ ਉਹ ਬੇਖਲਾਕੀਆਂ ਹੋ ਜਾਣ, ਉਹ ਆਪਣੇ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਮੰਡੀ ਤੇ ਖਰੀਦਣ ਚਲੀਆਂ ਜਾਣ, ਇਹ ਉਹੋ ਜਿਹਾ ਹੀ ਹਾਲ ਹੈ ਜਿਵੇਂ ਇੱਕ ਕਾਰਪੋਰੇਟ ਆ ਜਾਂਦਾ ਇੱਥੇ ਵੱਡਾ ਖਰੀਦਣ ਦੇ ਲਈ ਮੰਡੀ ਦੇ ਵਿੱਚ, ਤੇ ਬਾਕੀ ਇੱਕ ਸਧਾਰਨ ਵਪਾਰੀ ਦੇ ਤੇ ਸਧਾਰਨ ਉਹ ਕਹਿੰਦਾ ਮੈਂ ਇਸ ਰੇਟ ਤੇ ਖਰੀਦਦਾ ਤੇ ਤੁਸੀਂ ਦੱਸੋ ਮੈਨੂੰ ਦੇਣੀ ਹੈ ਜਾਂ ਨਹੀਂ ਦੇਣੀ। ਤਾਂ ਬਹੁਤੀ ਵਾਰ ਲੋਕ ਉਧਰ ਚਲੇ ਜਾਂਦੇ ਨੇ ਕਿ ਮੁੱਲ ਵੀ ਜ਼ਿਆਦਾ ਪੈ ਰਿਹਾ, ਨਹੀਂ ਤਾਂ ਜ਼ਬਰਦਸਤੀ ਵੀ ਹੋ ਜੂ, ਸ਼ਾਇਦ ਦੂਜੇ ਵਪਾਰੀਆਂ ਨੂੰ ਮੰਡੀ ਚੋਂ ਇਹ ਕੱਢ ਦੇ ਤੇ ਮੇਰੀ ਕਿਸੇ ਨੇ ਖਰੀਦਣੀ ਨਹੀਂ, ਤੇ ਉਹ ਖਰੀਦਦਾਰ ਵਿਕਟਮ ਵੀ ਬਣ ਜਾਂਦਾ ਬਹੁਤ ਵਾਰ। ਮਤਲਬ ਦੋਨੋਂ ਗੱਲਾਂ ਹੁੰਦੀਆਂ। ਤਾਕਤਵਰ ਤੋਂ ਪਹਿਲਾਂ ਤਵੱਕੋ ਰੱਖਣ ਦਾ ਕੁਐਸਚਨ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ ਤਾਨਾਸ਼ਾਹ ਰੂਪ ਦੇ ਵਿੱਚ ਏਜੰਸੀਆਂ ਦੀ ਦੁਰਉਪਯੋਗਤਾ ਬੰਦ ਕਰਨ। ਉਹ ਹਰ ਹੀਲੇ ਜਿਹੜੀ ਸੱਤਾ ਦੀ ਹਵਸ ਹੈ, ਜੇ ਲੋਕਾਂ ਨੇ ਫਤਵਾ ਨਹੀਂ ਵੀ ਦਿੱਤਾ ਤਾਂ ਵੀ ਆਪਣੀ ਸਰਕਾਰ ਬਣਾਉਣ ਦੀ ਜਿਹੜੀ ਗੱਲ ਹੈ ਉਹਦੇ ਤੋਂ ਗੁਰੇਜ਼ ਕਰਨ। ਤੇ ਸਭ ਤੋਂ ਬੜਾ ਸਵਾਲ ਇਹ ਹੈ ਕਿ ਲੋਕਾਂ ਦਾ ਪੋਲੀਟੀਕਲ ਪੱਧਰ ਜਾਗਰੂਕਤਾ ਦਾ ਐਡਾ ਹੋਵੇ ਕਿ ਉਹਨਾਂ ਸਰਕਾਰਾਂ ਨੂੰ ਸਬਕ ਸਿਖਾਉਣ ਤੇ ਉਹਨਾਂ ਨੂੰ ਪਲਟਣ ਦੀ ਹਿੰਮਤ ਰੱਖਣ ਕਿਸੇ ਵੀ ਰੂਪ ਦੇ ਵਿੱਚ, ਕਿ ਉਹ ਸਰਕਾਰ ਵੀ ਤੇ ਉਹ ਬੰਦੇ ਵੀ, ਜਿਹੜੇ ਬੰਦੇ ਮੰਡੀ ਤੇ ਵਿਕ ਕੇ ਦੂਜੇ ਪਾਸੇ ਜਾਂਦੇ ਨੇ, ਉਹ ਵੀ ਅਗਲੇ ਵਾਰ ਨਾ ਜਿੱਤ ਸਕਣ। ਜਿਹੜੀ ਸਰਕਾਰ ਇਹ ਬੋਲੀ ਲਾਉਂਦੀ ਹੈ ਉਹ ਸਰਕਾਰ ਦੇ ਨੁਮਾਇੰਦੇ ਵੀ ਅਗਲੇ ਵਾਰ ਨਾ ਜਿੱਤ ਸਕਣ। ਤਾਂ ਹੌਲੀ ਹੌਲੀ ਸ਼ਾਇਦ ਇਹ ਚੇਂਜ ਆਏਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੋਰ ਕੋਈ ਤਰੀਕਾ ਚੇਂਜ ਦਾ ਨਹੀਂ ਨਜ਼ਰ ਆ ਰਿਹਾ। ਸ਼ੁਕਰੀਆ ਅਮੀਰ ਸਿੰਘ ਜੀ, ਧੰਨਵਾਦ ਤੁਹਾਡਾ। ਜੀ ਸ਼ੁਕਰੀਆ।